ਤੁਸੀਂ ਆਪਣਾ ਤੁਹਾਨੂੰ ਹੰਕਾਰ ਆ ਵੀ ਅਸੀਂ ਪੋਸਟ ਤੇ ਬੈਠੇ ਹਾਂ 10,000 ਵਾਲੇ ਅਸੀਂ ਉਹਨਾਂ ਨੂੰ ਕੁਚਲਾਂਗੇ। ਤੁਸੀਂ ਇਹ ਚੀਜ਼ਾਂ ਕਰਦੇ ਹੋ, ਤੁਸੀਂ ਆਪਣੀ ਅਫਸਰਸ਼ਾਹੀ ਦੇ ਧੌਣ ਚਕੀਲਾ ਮੈਂ ਗੱਲ ਜਦੋਂ ਅਸੀਂ ਇਕੱਠੇ ਹੋ ਕੇ ਐਸਡੀਓ ਸਾਹਿਬ ਨੂੰ ਮਿਲੇ, ਉਹ ਇੰਨੇ ਹੰਕਾਰੀ ਤੇ ਐਟੀਟਿਊਡ ਰੂਡ ਵੇ ਵਿੱਚ ਗੱਲ ਕਰਦੇ ਆ, ਜਾਓ ਤੁਸੀਂ ਜਿਹੜਾ ਕੁਝ ਕਰਨਾ ਕਰ ਲਓ, ਮੈਂ ਬੰਦਾ ਇੱਥੇ ਰਹਿਣ ਨਹੀਂ ਦੇਣਾ। ਸਰ ਪਰ ਕਿੱਥੇ ਤੱਕ ਜਾਇਜ਼ ਹੈ? ਤੁਹਾਨੂੰ ਪਤਾ 10-10 12-12 ਰੁਪਏ ਮੁੰਡੇ ਕੰਮ ਕਰ ਰਹੇ ਆ, ਕਈ ਤਾਰਾਂ ਲਟਕ ਜਾਂਦੇ ਨੇ, ਕਈ ਦਾ ਪਰਿਵਾਰ ਰੁਲ ਜਾਂਦਾ ਹੈ, ਤੇ ਤੁਸੀਂ ਇੰਨੀ ਕੁ ਗਲਤੀ ਪਿੱਛੇ ਅਗਲੇ ਨੂੰ ਰੋਲ ਦਿੰਦੇ ਹੋ। ਇੱਥੋਂ 12-15 ਕਿਲੋਮੀਟਰ ਤੁਸੀਂ ਟਰਾਂਸਫਰ ਕਰਤਾ, ਉਹ ਬੰਦੇ ਦਾ ਉਹਨਾਂ ਦਾ ਕਨਵੈਂਸ ਲੱਗ ਜਾਏਗਾ ਜਿੰਨੀ ਤੁਸੀਂ ਤਨਖਾਹ ਦਿੰਦੇ ਹੋ। सर एक्चुअली थोड़ी ये मैं समझिए कि ये मतलब उन्होंने कन्वेंस लग जाऊगा। ਕਾਰਨ ਕੀ ਹੈ? ਉਹਨਾਂ 'ਚ ਐਸਡੀਓ ਸਾਹਿਬ ਦੀ ਆਪਦੀ ਨਲਾਇਕੀ ਸਾਹਮਣੇ ਆਉਂਦੀ ਆ। ਇਹਨਾਂ ਨੇ ਤਾਂ ਨਕਲੀ ਰਸੀਦਾਂ ਵਾਲੇ ਬਿੱਲ ਪਾਸ ਕੀਤੇ ਆ, ਜਿਹੜੀਆਂ ਕੰਪਨੀਆਂ ਨੇ ਸਾਈਨ ਇਹਨਾਂ ਦੇ ਹੋਏ ਸਾਈਨ ਇਹਨਾਂ ਦੇ ਹੋਏ ਨੇ। ਮਹਾਰਾਜ ਤੁਸੀਂ ਪਿਛਲੇ 4 ਸਾਲ ਤੋਂ ਐਸਡੀਓ ਲੁਧਿਆਣੇ ਦੀ ਕਿਸੇ ਡਿਵੀਜ਼ਨ 'ਚ ਤਾਂ ਸੀਗੇ, ਉੱਥੇ ਬਿੱਲ ਪਾਸ ਕੀਤੇ ਆ ਨਾ। ਤੁਸੀਂ ਕਿਹੜਾ ਬਿੱਲ ਮੈਨੂੰ ਦੱਸੋ ਉਹ ਕੀਤਾ ਵਾ, ਚੈੱਕ ਕਰਕੇ ਪਾਸ ਕੀਤਾ? ਜਿਹੜੇ ਬੰਦਿਆਂ ਨੇ ਨਕਲੀ ਰਸੀਦਾਂ ਬਣਾਈਆਂ ਉਹਨਾਂ 'ਤੇ 420 ਤੇ 67 ਦੀ FIR ਕਿਉਂ ਨਹੀਂ ਦਰਜ ਹੋਈ? ਸਰਕਾਰੀ ਪ੍ਰੂਫਾਂ ਨਾਲ ਛੇੜਛਾੜ ਕਿਉਂ? ਇਹਨਾਂ ਦੀ ਮਿਲੀ ਭੁਗਤਾ ਇਹ ਵਿੱਚ ਨੇ, ਇਹਨਾਂ ਦਾ ਪਰ ਇਨਕੁਆਰੀਆਂ 'ਚ ਨਾ ਆਊ, ਇਹ ਫਸਣਗੇ, ਇਹਨਾਂ ਨੂੰ ਪੈਸਾ ਜਾਂਦਾ, ਕਿਤੇ ਨਾ ਕਿਤੇ ਹਿੱਸਾ ਇਹਨਾਂ ਨੇ ਲਿਆ ਆ, ਇਹਨਾਂ ਨੇ ਹਿੱਸਾ ਲਿਆ ਹੋਇਆ। ਕੁਝ ਬਿੱਲ ਵਗੈਰਾ ਜਿਹੜੇ ਪਾਸ ਹੋਏ ਪਹਿਲਾਂ ਕਹਿੰਦੇ ਇਹਨਾਂ ਨੇ ਕੋਈ ਐਪਲੀਕੇਸ਼ਨ ਲਗਾਈ, ਉਹਦੀ ਇਨਕੁਆਰੀ ਚੱਲ ਰਹੀ ਹੈ, ਉਹਦੇ ਵਿੱਚ ਬਿਜਲੀ ਬੋਰਡ ਨੇ ਮੰਨਿਆ ਵੀ ਹੈ ਕਿ ਜਿਹੜਾ ਘਪਲਾ ਉਹ ਸਾਬਤ ਹੋ ਚੁੱਕਿਆ ਹੈ, ਤੇ ਇਹ ਕਿਤੇ ਕਹਿੰਦੇ ਕਿ ਆਪਣੀ ਨਾਕਾਮੀ ਨੂੰ ਛੁਪਾਉਣ ਵਾਸਤੇ ਜਿਹੜਾ ਇਹ ਜਿਹੜੇ ਮੁੰਡੇ 4 ਹੈਗੇ, ਇਹ ਸਿਰਫ ਇਹਨਾਂ ਨਾਲ ਜਿਹੜੀ ਰੰਜਿਸ਼ ਕੱਢੀ ਜਾ ਰਹੀ ਹੈ। 4 ਨਹੀਂ, ਮੈਂ ਤਾਂ ਇੱਕ ਬੰਦੇ ਬਾਰੇ ਦੱਸ ਸਕਿਆ। ਸਤਿ ਸ੍ਰੀ ਅਕਾਲ ਜੀ, ਜਿਵੇਂ ਤੁਸੀਂ ਦੇਖ ਪਾ ਰਹੇ ਹੋ ਅਸੀਂ ਅੱਜ ਫਿਰ ਇੱਕ ਨਵੇਂ ਮੁੱਦੇ ਨਾਲ ਤੁਹਾਡੇ ਨਾਲ ਸਾਹਮਣੇ ਹਾਜ਼ਰ ਹੋਏ ਹਾਂ। ਅੱਜ ਅਸੀਂ ਖੜੇ ਹਾਂ ਫੋਕਲ ਪੁਆਇੰਟ PSPCL ਦਾ ਜਿਹੜਾ ਮੇਨ ਦਫ਼ਤਰ ਹੈ। ਇੱਥੇ ਕੁਝ ਵੀਰ ਨੇ ਆਪਣੇ ਨਾਲ, ਦੇਖਦੇ ਉਹਨਾਂ ਨਾਲ ਕੀ ਜਿਹੜੀ ਗੱਲਬਾਤ ਹੋਈ ਹੈ। ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਬਿਨਾਂ ਦੱਸੇ ਹੀ ਜਿਹੜਾ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਤੇ ਆਪਾਂ ਗੱਲਬਾਤ ਕਰਾਂਗੇ। ਭਾਜੀ ਕੀ ਨਾਮ ਹੈ ਤੁਹਾਡਾ? मेरा नाम एंथनी है जी। ਅੱਛਾ, ਕੀ ਐਂਥਨੀ ਨਾਮ ਹੈ ਤੁਹਾਡਾ? ਹਾਂਜੀ। ਅੱਛਾ, ਕੀ ਮਸਲਾ ਕੀ ਹੈ ਸਾਰਾ? सर मैं 2 दिन तो बीमार चलता पाया ही, ठीक है। जद कि डॉक्टर को दवाई लैके फिर मैं ड्यूटी ते भी आया ना सीगा रात ਨੂੰ 9:15 ਵਜੇ। ਦਵਾਈ ਇੱਕ ਤੇਜ਼ ਹੋਣ ਕਰਕੇ ਤੀਸਰੇ ਦਿਨ ਮੈਂ ਨੀਂਦ ਦੇ ਵਿੱਚ ਰਹਿ ਗਿਆ। ਡਿਊਟੀ ਤੇ ਆਇਆ ਨੇ, ਡਿਊਟੀ ਮੇਰੀ ਮਿਸ ਹੋ ਗਈ। ਮੈਨੂੰ ਸਵੇਰ ਨੂੰ ਕਹਿੰਦੇ ਵੀ ਤੂੰ ਕੰਮ ਤੇ ਨਹੀਂ ਹੋਣਾ, ਤੈਨੂੰ ਕੰਮ ਤੋਂ ਕੱਢ ਦਿੱਤਾ ਗਿਆ, ਤੇਰੀ ਬਦਲੀ ਕੀਤੀ ਗਈ ਆ। ਬਦਲੀ ਕਿੱਥੇ ਕੀਤੀ ਗਈ ਹੈ? ਮੇਰੀ ਬਦਲੀ ਕਹਿੰਦੇ ਤੇਰੀ ਜਨਤਾ ਨਗਰ ਕਰ ਦਿੱਤੀ ਗਈ ਹੈ ਜੀ। ਅੱਛਾ, ਫਿਰ ਜਨਤਾ ਨਗਰ ਦੇ ਕੋਈ ਆਰਡਰ ਵਗੈਰਾ ਮਿਲੇ ਤੁਹਾਨੂੰ ਉੱਥੇ ਜਾਣ ਦੇ? ਬਿਲਕੁਲ ਜੀ, ਸਾਨੂੰ ਲੈਟਰ ਦਿਖਾ ਰਿਹਾ, ਬਟ ਮੈਂ ਇਹ ਦੱਸਣਾ ਚਾਹਣਾ ਮੇਰੀ ਗਲਤੀ ਕੀ ਹੈ ਜੀ। ਮੈਂ ਸਿਰਫ ਇੱਕ ਬਿਨਾਂ ਦੱਸੇ ਛੁੱਟੀ ਕਰ ਲਈ, ਜਦ ਕਿ ਮੈਂ ਬਿਮਾਰ ਸੀਗਾ ਤਦ ਜੀ। ਜਦ ਅਗਲੇ ਦਿਨ ਆ ਕੇ ਮੈਂ ਦੱਸ ਵੀ ਰਿਹਾ, ਫਿਰ ਵੀ ਕਹਿੰਦੇ ਕਿ ਨਹੀਂ ਅਸੀਂ ਤੈਨੂੰ। ਮਸਲਾ ਸਿਰਫ ਛੁੱਟੀ ਦਾ ਹੈ ਕਿ ਕੋਈ ਹੋਰ ਕਾਰਨ ਹੈ? ਮਸਲਾ ਇਹ ਸਿਰਫ ਇੱਕ ਬਹਾਨਾ ਹੈ ਜੀ। ਅੱਛਾ। ਜਦ ਕਿ ਜੂਨ 2021 ਨੂੰ ਸਾਡੇ ਵੱਲੋਂ ਕੰਪਲੇਂਟ ਆ, ਮੇਰੇ ਡਾਕੂਮੈਂਟ ਵੀ ਲੱਗੇ ਹੋਏ ਉਹਦੇ ਵਿੱਚ, ਕਪਲਾ ਕੀਤਾ ਹੋਇਆ। ਇਹ ਸਿਰਫ ਇੱਕ ਬਹਾਨਾ ਵਾ, ਉਸ ਬਹਾਨੇ ਨੂੰ ਲੈ ਕੇ ਮੈਨੂੰ ਮਹਿਕਮੇ ਚੋਂ ਕੱਢਿਆ ਜਾ ਰਿਹਾ ਜੀ। ਅੱਛਾ, ਕੌਣ ਕਰ ਰਿਹਾ ਤੁਹਾਡੇ ਨਾਲ ਇਹ ਸਾਡੇ ਐਸਡੀਓ ਮੋਹਨ ਲਾਲ ਜੀ ਕਰ ਰਹੇ ਨੇ ਜੀ। ਅੱਛਾ। ਉਹ ਉਹਨਾਂ ਨਾਲ ਗੱਲ ਕਰਨਗੇ ਔਰ ਬਹੁਤ ਜ਼ਿਆਦਾ ਉਹਨਾਂ ਨੇ ਸਾਡੇ ਨਾਲ ਰੂਡ ਬਿਹੇਵ ਨਾਲ ਗੱਲ ਕੀਤੀ ਜੀ। ਅੱਛਾ, ਤੇ ਤੁਸੀਂ ਇਕੱਲੇ ਗਏ? ਕਹਿੰਦੇ ਜੋ ਹੁੰਦਾ ਤੁਸੀਂ ਕਰ ਲਓ, ਮੈਂ ਤੈਨੂੰ ਇੱਥੇ ਫੋਕਲ ਪੁਆਇੰਟ 'ਚ ਨਹੀਂ ਰਹਿਣ ਦੇਣਾ। ਇਹ ਸ਼ਬਦ ਫੋਕਲ ਪੁਆਇੰਟ 'ਚ ਨਹੀਂ ਰਹਿਣ ਦੇਣਾ, ਹੋਰ ਕਿਤੇ ਬਦਲ ਦੇਣਾ। ਬਿਲਕੁਲ ਜੀ। ਤੁਹਾਡਾ ਘਰ ਇੱਥੇ ਨੇੜੇ ਪੈਂਦਾ ਕਿ? ਹਾਂਜੀ ਸਰ, ਇੱਥੋਂ ਮੈਨੂੰ ਘਰ ਨੇੜੇ ਪੈਂਦਾ ਜੀ। ਹਾਂਜੀ। ਨਹੀਂ ਮਤਲਬ ਕੱਢਣ ਦਾ ਮੁੱਦਾ ਤੁਹਾਡੀ ਜਿਹੜੀ ਕੰਪਲੇਂਟਸ ਪਹਿਲਾਂ ਕੀਤੀਆਂ ਗਈਆਂ ਉਹਦੇ ਕਰਕੇ? ਨਹੀਂ, ਪਹਿਲਾਂ ਮੇਰੀ ਕੋਈ ਕੰਪਲੇਂਟਸ ਨਹੀਂ, ਨਾ ਮੇਰੀ ਜੀ ਦੇਖੋ ਕੋਈ ਹੈਗੀ ਆ ਪੈਸੇ ਲੈਣ ਦੀ ਕੰਪਲੇਂਟ ਆ, ਨਾ ਮੇਰੀ ਡਿਊਟੀ ਤੇ ਆਉਣ ਦੀ ਕੋਈ ਕੰਪਲੇਂਟ ਹੈ ਕਿ ਮੈਂ ਟਾਈਮ ਤੇ ਆਣਾ। ਕੰਪਲੇਂਟਾਂ ਵੀ ਆਪਣੀ ਸਾਰੀਆਂ ਕਲੀਅਰ ਕਰਕੇ ਜਾਣਾ, ਪ੍ਰੋਪਰ ਵਰਕ ਕਰ ਰਿਹਾ ਜੀ। ਸਾਡਾ ਰਜਿਸਟਰ ਲੱਗਿਆ ਹੋਇਆ, ਸਾਰਾ ਕੁਝ ਪ੍ਰੋਪਰ ਵਰਕ ਚੱਲਦਾ ਜੀ। ਯਾਨੀ ਬਿਮਾਰ ਹੋ ਗਏ ਹੋ ਤੁਸੀਂ, ਬਿਮਾਰ ਹੋਣ ਤੋਂ ਬਾਅਦ ਤੀਸਰੇ ਦਿਨ ਤੁਸੀਂ ਇੱਕ ਛੁੱਟੀ ਜਿਹੜੀ ਬਿਨਾਂ ਦੱਸੇ ਕਰ ਲਈ ਹੈ, ਉਹਦਾ ਕਾਰਨ ਜਿਹੜਾ ਬਣਾਇਆ ਜਾ ਉਹ ਵੀ ਸਿਰਫ ਇੱਕ ਬਹਾਨਾ ਬਣਾਇਆ ਜਾ ਰਿਹਾ। ਬਾਕੀ ਤੁਹਾਨੂੰ ਸਿਮਰਨਜੀਤ ਜੀ ਦੱਸਣਗੇ ਜੀ। ਅੱਛਾ, ਸਿਮਰਨ ਕੀ ਹੈ ਵੀਰੇ, ਪ੍ਰੋਪਰ ਹੈ ਕਿ ਚੱਕਰ ਕੀ ਹੈ? ਇਹ ਨਹੀਂ ਹੋਣਾ ਚਾਹੀਦਾ। ਇਹ ਚੱਕਰ ਹੈਗਾ ਜੀ, ਜਿਹੜੇ ਗਰੀਬ ਮਜ਼ਦੂਰ ਆ ਉਹਨਾਂ ਨਾਲ ਧੱਕੇਸ਼ਾਹੀ ਦਾ, ਉਹਨਾਂ ਨੂੰ ਕੁਚਲਣ ਦਾ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਵੀ ਆਪਾਂ ਇੱਕ ਇੰਟਰਵਿਊ ਕੀਤੀ ਸੀ ਜਿਹਦੇ 'ਚ ਮੈਂ ਕੱਪੜੇ ਬਿਲਕੁਲ ਕਲੀਅਰ ਕਰ ਦਿੰਦਾ ਸੀ। ਮੈਂ ਉਹਦੇ ਰਿਗਾਰਡਿੰਗ ਤੁਹਾਨੂੰ ਪਹਿਲਾਂ ਇੱਕ ਚੀਜ਼ ਦਿਖਾ ਦਾਂ, ਕਿਉਂਕਿ ਮੇਰੀ ਆਦਤ ਆਪਾਂ ਗੱਲ ਬਿਲਕੁਲ ਡਾਕੂਮੈਂਟ ਪ੍ਰੂਫਾਂ ਦੇ ਆਧਾਰ ਤੇ ਕਰਾਂਗੇ, ਕੋਈ ਇਹ ਨਹੀਂ ਹੈਗਾ ਵੀ ਆਪਾਂ ਬਰਬਰੀ ਗੱਲਾਂ ਕਰਾਂਗੇ। ਇਹ ਆ ਤੁਸੀਂ ਚੈੱਕ ਕਰ ਸਕਦੇ ਹੋ ਵੀ ਡਿਪਾਰਟਮੈਂਟ ਵੱਲੋਂ ਮੈਨੂੰ ਲੈਟਰ ਆਈ ਆ ਜਿਹਦੇ 'ਚ ਉਹਨਾਂ ਨੇ ਲਿਖਿਆ ਵੀ ਹਾਂ ਇੰਨੇ ਦਾ ਘਪਲਾ ਹੋ ਗਿਆ। ਉਹਦੇ 'ਚ ਮੈਂ ਡਾਕੂਮੈਂਟ ਨਾਲ ਉਹ ਮੈਨੂੰ ਆ ਕੇ ਇਨਫੋਰਸਮੈਂਟ ਦੀ ਲੈਟਰ ਆਈ ਆ ਵੀ ਇਹ ਆ ਕੇ ਇਨਕੁਆਰੀ ਕਲੀਅਰ ਕਰਾ ਇਨਫੋਰਸਮੈਂਟ 'ਚ। ਠੀਕ ਹੈ। ਉਹਦੇ 'ਚ ਨਾਲ ਦੇਖੋ ਜੀ, ਪਹਿਲੇ ਡਾਕੂਮੈਂਟ ਲੱਗੇ ਹੋਏ ਆ ਮੇਰੇ ਸਿਮਰਨਜੀਤ ਸਿੰਘ ਜਨਤਾ ਨਗਰ, ਦੂਜੇ ਆ ਸ੍ਰੀ ਐਂਥਨੀ ਜੀ ਦਫ਼ਤਰ ਫੋਕਲ ਪੁਆਇੰਟ, ਤੀਜੇ ਦੀਪਕ ਦਫ਼ਤਰ ਸਟੇਟ, ਚੌਥੇ ਹੈਗੇ ਆ ਸਵਰਬਣ ਦੇ ਸ੍ਰੀ ਜਗਜੀਤ ਸਿੰਘ ਲਾਲ ਤੋਂ ਸਵਰਬਣ ਡਿਵੀਜ਼ਨ ਤੋਂ, ਹੈ ਨਾ। ਵੀ ਇਹ ਬੰਦਿਆਂ ਨੇ ਨਾਲ ਡਾਕੂਮੈਂਟ ਪ੍ਰੋਵਾਈਡ ਕਰਵਾਏ ਸੀਗੇ। ਜਿਹੜਾ ਘਪਲੇ ਦੀ ਜਾਣਕਾਰੀ ਮੈਨੂੰ ਸੀਗੀ, ਉਹਨਾਂ ਨੇ ਨਕਲੀ ਰਸੀਦਾਂ ਬਣਾ ਕੇ
ਕੇ ਜਿਹੜੇ ਬਿੱਲ ਪਾਸ ਕਰਾਏ ਸੀ। ਫਿਰ ਅਸੀਂ ਕੀ ਕੀਤਾ, EPF ਤੋਂ ਅਸਲੀ ਰਸੀਦਾਂ ਕਢਾਈਆਂ। ਉਹ ਉਦਾਹਰਨ ਦੇ ਤੌਰ ਤੇ ਜੇ ਮੈਂ ਇਕੱਲਾ ਕੰਪਲੇਂਟ ਕਰਦਾ ਤਾਂ ਇਹਨਾਂ ਨੇ ਇੰਨਾ ਨਹੀਂ ਸੀ ਕਰਨਾ ਵੀ ਇਕੱਲਾ ਹੀ, ਤਾਂ ਕਰਕੇ ਮੈਂ ਅਲੱਗ-ਅਲੱਗ ਦਫ਼ਤਰਾਂ 'ਚੋਂ ਇੱਕ ਬੰਦਾ ਲਿਆ। ਸਾਡੀ ਯੂਨੀਅਨ ਆਏ, ਮੇਰੇ ਬੜੇ ਸਤਿਕਾਰਯੋਗ ਸਾਥੀ ਨੇ, ਬਹੁਤ ਮਿਹਨਤੀ ਵਰਕਰ ਨੇ। ਮੈਂ ਦੱਸਦਾ ਇਹ 2019 ਤੋਂ ਇੱਥੋਂ ਕੰਮ ਕਰ ਰਿਹਾ ਪੂਰੀ ਮਿਹਨਤ ਤੇ ਲਗਨ ਦੇ ਨਾਲ। ਇਹਨਾਂ ਦੀ ਕੋਈ ਅੱਜ ਤੱਕ ਕੰਪਲੇਂਟ ਨਹੀਂ ਹੈਗੀ। ਬਸ ਇਹਨਾਂ ਦੀ ਗਲਤੀ ਇਹੀ ਆ ਵੀ ਇਹ ਸੱਚਾਈ ਤੇ ਖੜਦੇ ਨੇ। ਇਹਨਾਂ ਨੇ ਮੇਰਾ ਸਾਥ ਦਿੱਤਾ, ਡਾਕੂਮੈਂਟ ਪ੍ਰੋਵਾਈਡ ਕਰਵਾਇਆ। ਇਹ ਸਿਰਫ ਇੱਕ ਬਹਾਨਾ, ਜਦੋਂ ਕਿ ਵਰਕ ਆਰਡਰ ਦੇ ਵਿੱਚ ਹੈਗਾ ਇਹ ਕੈਜੂਅਲ ਲੀਵ ਲੈ ਸਕਦਾ। ਇਹ ਬਿਮਾਰ ਆ ਤੇ ਆ ਕੇ ਛੁੱਟੀ ਕਰ ਸਕਦਾ, ਆ ਕੇ ਪ੍ਰੈਜ਼ੈਂਟ ਹੋ ਕੇ ਦੱਸ ਸਕਦਾ ਵੀ ਮੈਂ ਅਰਜਨਜੀਤ ਬਿਮਾਰ ਹੋ ਗਿਆ ਸੀ ਤਾਂ ਮੈਂ ਛੁੱਟੀ ਕੀਤੀ ਆ। ਇਹ ਰਹੀ ਗੱਲ। ਦੂਜੀ ਗੱਲ, ਜਦੋਂ ਅਸੀਂ ਇਕੱਠੇ ਹੋ ਕੇ SDO ਸਾਹਿਬ ਨੂੰ ਮਿਲੇ, ਉਹ ਇੰਨੇ ਹੰਕਾਰੀ ਤੇ ਐਟੀਟਿਊਡ ਰੂਟ ਵੇ ਵਿੱਚ ਗੱਲ ਕਰਦੇ ਆ, ਜਾਓ ਤੁਸੀਂ ਜਿਹੜਾ ਕੁਝ ਕਰਨਾ ਕਰ ਲਓ, ਮੈਂ ਬੰਦਾ ਇੱਥੇ ਰਹਿਣ ਨਹੀਂ ਦੇਣਾ। ਕਾਰਨ ਕੀ ਆ, ਉਹਨਾਂ 'ਚ SDO ਸਾਹਿਬ ਦੀ ਆਪਦੀ ਨਲਾਇਕੀ ਸਾਹਮਣੇ ਆਉਂਦੀ ਆ। ਇਹਨਾਂ ਨੇ ਤਾਂ ਨਕਲੀ ਰਸੀਦਾਂ ਵਾਲੇ ਬਿੱਲ ਪਾਸ ਕੀਤੇ ਆ। ਜਿਹੜੀਆਂ ਕੰਪਨੀਆਂ ਨੇ ਸਾਈਨ ਇਹਨਾਂ ਦੇ ਹੋਏ ਹੋਏ ਨੇ, ਹਰ ਮਹੀਨੇ ਇਹਨਾਂ ਦੇ ਸਾਈਨ ਹੁੰਦੇ ਨੇ। ਹੁਣ ਤੁਹਾਡੇ ਭਾਈ ਵਾਲਾ ਇੱਕ ਹੋਰ ਨਿਊਜ਼ ਆ ਚੈਨਲ ਵਾਲੇ ਪ੍ਰਾਈਮ 2 ਦੇ, ਉਹ ਪਹਿਲਾਂ ਆ ਕੇ ਤੋਂ ਪਹਿਲਾਂ ਇੰਟਰਵਿਊ ਕਰਕੇ ਗਿਆ। ਜਦੋਂ ਉਹਨਾਂ ਨੇ SDO ਸਾਹਿਬ ਨੂੰ ਕੁਐਸਚਨ ਕੀਤਾ, ਇਹਨਾਂ ਨੇ ਬੜਾ ਕਲੀਅਰਲੀ ਕਹਿਤਾ, ਨਹੀਂ ਇਹ ਤਾਂ ਪਹਿਲਾਂ ਦੀਆਂ ਗੱਲਾਂ, ਮੈਂ ਉਦੋਂ ਹੈ ਨਹੀਂ ਸੀ। ਮਹਾਰਾਜ ਤੁਸੀਂ ਇੱਥੇ ਨਹੀਂ ਸੀ, ਮੈਂ ਪੂਰੇ ਪੰਜਾਬ ਦੀ ਗੱਲ ਕਰਦਾ, ਮੈਂ ਪੂਰੇ ਲੁਧਿਆਣੇ ਦੀ ਗੱਲ ਕਰਦਾ। ਤੁਹਾਡੀ ਡਿਊਟੀ ਲੁਧਿਆਣੇ ਦੇ ਦਫ਼ਤਰ 'ਚ ਸੀ, ਤੁਸੀਂ ਬਿੱਲ ਪਾਸ ਕੀਤੇ ਨੇ। ਹੁਣ ਤੁਹਾਡੀ ਡਿਊਟੀ ਇਹ ਲਾਈ ਗਈ ਆ ਮੈਨੇਜਮੈਂਟ ਵੱਲੋਂ ਵੀ ਜਿਹੜਾ ਬੰਦਾ ਆਹ ਦਫ਼ਤਰ 'ਚੋਂ ਡਾਕੂਮੈਂਟ ਪ੍ਰੋਵਾਈਡ ਕਰ ਰਿਹਾ ਉਹਨੂੰ ਦਬਾਓ, ਉਹਨੂੰ ਕੱਢੋ, ਡਾਕੂਮੈਂਟ ਪ੍ਰੋਵਾਈਡ ਨਾ ਕਰ ਸਕੇ, ਫੇਸ ਨਾ ਹੋ ਸਕੇ, ਇਨਫੋਰਸਮੈਂਟ ਦੀ ਇਨਕੁਆਇਰੀ ਕਲੀਅਰ ਨਾ ਹੋ ਸਕੇ, ਉਹਦੇ 'ਚ ਕਪੜਾ ਐਕਸਪੋਜ਼ ਨਾ ਹੋਵੇ। ਜਿਹੜੀਆਂ ਕੰਪਨੀਆਂ ਨੇ ਕਪੜਾ ਕੀਤਾ, ਕਮਿਸ਼ਨਰ ਸਾਹਿਬ ਦੀ ਰਿਟਨ 'ਚ ਰਿਪੋਰਟ ਆ ਗਈ, ਲੇਬਰ ਕੋਰਟ 'ਚ ਕੇਸ ਚੱਲਦਾ, ਬਿਜਲੀ ਬੋਰਡ ਨੇ ਉੱਥੇ ਐਕਸੈਪਟ ਕਰ ਲਿਆ ਵੀ ਹਾਂ ਇਹ ਕਪੜਾ ਹੋਇਆ। ਪਰ ਹਲੇ ਤੱਕ ਬਿਜਲੀ ਬੋਰਡ ਬੰਨਿਓ ਬਣਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਜਿਹੜੇ ਬੰਦਿਆਂ ਨੇ ਨਕਲੀ ਰਸੀਦਾਂ ਬਣਾਈਆਂ ਉਹਨਾਂ 'ਤੇ 420 ਕਾਰਡ ਤੇ 67 ਦੀ FIR ਕਿਉਂ ਨਹੀਂ ਦਰਜ ਹੋਈ? ਸਰਕਾਰੀ ਪ੍ਰੂਫਾਂ ਨਾਲ ਛੇੜਛਾੜ ਕਿਉਂ? ਇਹਨਾਂ ਦੀ ਮਿਲੀ ਭੁਗਤਾ ਇਹ ਵਿੱਚ ਨੇ, ਇਹਨਾਂ ਦਾ ਪਰ ਇਨਕੁਆਰੀਆਂ 'ਚ ਨਾ ਆਊ, ਇਹ ਫਸਣਗੇ, ਇਹਨਾਂ ਨੂੰ ਪੈਸਾ ਜਾਂਦਾ, ਕਿਤੇ ਨਾ ਕਿਤੇ ਹਿੱਸਾ ਇਹਨਾਂ ਨੇ ਵੀ ਲਿਆ ਆ, ਇਹਨਾਂ ਨੇ ਹਿੱਸਾ ਲਿਆ ਹੋਇਆ। ਇਹਦੇ ਆਧਾਰ ਤੇ ਹੁਣ ਕੀ ਕੀਤਾ SDO ਸਾਹਿਬ ਨੇ, ਐਂਥਨੀ ਤੇ ਦਬਾਅ ਪਾ ਕੇ ਇਹਨੂੰ ਇਹ ਕੱਢਦੇ ਆ ਵੀ ਤੂੰ ਛੁੱਟੀ ਕੀਤੀ ਆ, ਜਦੋਂ ਕਿ ਵਰਕ ਆਰਡਰ 'ਚ 1923 ਐਕਟ ਦੇ ਆਧਾਰ ਤੇ ਬਣਿਆ, ਉਹਦੇ 'ਚ ਸਪੈਸ਼ਲ ਮੈਂਸ਼ਨ ਆ 1923 ਐਕਟ। ਜਾਂ ਤਾਂ ਹੁਣ ਸਾਨੂੰ SDO ਸਾਹਿਬ ਮੋਹਨ ਲਾਲ ਇਹ ਦੱਸ ਦੇਣ ਵੀ 1923 ਐਕਟ ਗਲਤ ਆ। ਮੋਹਨ ਲਾਲ ਜੀ ਬੈਠੇ ਆ ਉਰੇ, ਮੋਹਨ ਲਾਲ ਜੀ ਬੈਠੇ ਆ, ਤੁਸੀਂ ਜਾ ਕੇ ਗੱਲ ਕਰੋ, ਦੱਸ ਦੇਣ ਵੀ 1923 ਐਕਟ ਗਲਤ ਆ। 1923 ਐਕਟ 'ਚ ਲਿਖਿਆ ਅਗਰ ਕੋਈ ਬੰਦਾ 37 ਨੰਬਰ ਧਾਰਾ 'ਚ ਲਿਖਿਆ ਅਗਰ ਕੋਈ ਬੰਦਾ 1 ਸਾਲ ਆਪਣਾ EPF ਕਟਾਉਂਦਾ ਤਾਂ ਉਹ ਸਾਲ 'ਚ 91 ਦਿਨਾਂ ਦੀਆਂ ਮੈਡੀਕਲ ਲੀਵ ਲੈ ਸਕਦਾ ਜੇ ਉਹ ਬਿਮਾਰ ਆ। ਇਹਨੇ ਤਾਂ ਫੇਰ ਇੱਕ ਦਿਨ ਛੁੱਟੀ ਕੀਤੀ, ਫੇਰ ਵੀ ਬੰਦੇ ਨੇ ਆ ਕੇ ਤੁਹਾਨੂੰ ਕਿਹਾ ਵੀ ਸਰ ਮੈਂ ਬਿਮਾਰ ਸੀ, ਦਵਾਈ ਤੇਜ਼ ਹੋਣ ਕਰਕੇ ਮੈਨੂੰ ਨੀਂਦ ਆ ਗਈ, ਮੈਨੂੰ ਨਹੀਂ ਪਤਾ ਲੱਗਿਆ, 2 ਦਿਨ ਮੈਂ ਦਵਾਈ ਲੈ ਕੇ ਕੰਮ ਤੇ ਆਉਂਦਾ ਰਿਹਾ ਵਾਂ। ਫਿਰ ਰਿਟਰਨ 'ਚ ਤੁਹਾਡੇ ਤੋਂ ਸੌਰੀ ਮੰਗੀ ਆ, ਪਰ ਤੁਹਾਡੀ ਤਾਂ ਹੁਣ 'ਚ ਇੰਨਾ ਕੀਲਾ, ਤੁਸੀਂ ਕਹਿੰਦੇ ਹੋ ਮੈਂ ਕੰਮ ਤੋਂ ਕੱਢਣਾ ਹੀ ਆ। ਕਾਰਨ ਕੀ ਆ? ਤੁਸੀਂ ਅਗਰ ਕੋਈ ਗਲਤੀ ਲੱਗਦੀ ਸੀ, ਕੋਈ ਵਾਰਨਿੰਗ, ਕੋਈ ਵਾਰਨਿੰਗ ਲੈਟਰ ਨਹੀਂ ਦਿੱਤਾ। ਫਸਟ ਸਟੈਪ ਇਹਦਾ ਹੀ ਆ ਵੀ ਇਹਨੂੰ ਵਾਰਨਿੰਗ ਲੈਟਰ ਦਿੰਦੇ, ਪਰ ਇਹ ਚੀਜ਼ਾਂ ਨਹੀਂ, ਇਹ ਤਾਂ ਸਿਰਫ ਇੱਕ ਬਹਾਨਾ ਵਾ। ਦੇਖੋ ਮੇਰੇ ਨਾਲ 4 ਬੰਦਿਆਂ ਦੇ ਮੈਂ ਡਾਕੂਮੈਂਟ ਲਾਈ ਹੋਇਆ, ਦੀਪਕ, ਐਂਥਨੀ, ਜਗਜੀਤ, ਇਹ ਤਿੰਨਾਂ ਬੰਦਿਆਂ ਤੇ ਖਤਰਾ। ਤਿੰਨਾਂ ਬੰਦਿਆਂ ਨੂੰ ਇਹਨਾਂ ਨੂੰ ਮੈਨੂੰ ਆਪਣੀ ਤਾਂ ਇੰਟਰਵਿਊ ਹੋ ਗਈ ਪਹਿਲਾਂ ਹੀ ਹੈ ਨਾ। ਇਹ ਤਿੰਨਾਂ ਬੰਦਿਆਂ ਤੇ ਖਤਰਾ। ਇਹ ਸਿਰਫ ਇਹੀ ਆ ਵੀ ਇਹਨਾਂ ਦੀਆਂ ਨਲਾਇਕੀਆਂ ਸਾਹਮਣੇ ਆਉਂਦੀਆਂ ਨੇ। ਇਹ ਨਲਾਇਕ ਅਫਸਰ ਨੇ, ਇਹਨਾਂ ਨੇ ਫਰਾਡ, ਇਹਨਾਂ ਨੇ ਖੁਦ ਨਹੀਂ ਵਰਕ ਆਰਡਰ ਪੜਿਆ। ਇਹਨਾਂ ਨੂੰ ਪੁੱਛੋ ਵੀ 1923 ਐਕਟ ਕੀ ਆ, ਜੇ ਦੱਸ ਦੇਣ ਤੁਸੀਂ ਜੋ ਕਹੋ ਮੈਂ ਕਰਨ ਨੂੰ ਤਿਆਰ ਆ। ਇਹ ਤਾਂ ਸੰਵਿਧਾਨ ਦੀ ਤੋਹੀਨ ਕਰਦੇ ਆ, ਕਹਿੰਦੇ ਯਾਰ ਹੋਵੇ ਜਿਹੜਾ ਕੁਝ ਹੁੰਦਾ, ਮੈਂ ਨਹੀਂ ਬੰਦਾ ਰੱਖਣਾ। ਇਹ ਇਹਨਾਂ ਦੀ ਵਾਰਡਿੰਗ ਆ। ਇਹਨਾਂ ਨੂੰ ਇਹ ਪੁੱਛ ਲਓ ਵੀ ਤੁਸੀਂ ਪਹਿਲਾਂ ਵੀ ਪ੍ਰੈਸ 'ਚ ਕਿਹਾ ਵੀ ਉਦੋਂ ਮੈਂ ਇੱਥੇ ਨਹੀਂ ਸੀ। ਮਹਾਰਾਜ ਤੁਸੀਂ ਪਿਛਲੇ 4 ਸਾਲ ਤੋਂ SDO ਲੁਧਿਆਣੇ ਦੀ ਕਿਸੇ ਡਿਵੀਜ਼ਨ 'ਚ ਤਾਂ ਸੀਗੇ, ਉੱਥੇ ਬਿੱਲ ਪਾਸ ਕੀਤੇ ਆ ਨਾ। ਤੁਸੀਂ ਕਿਹੜਾ ਬਿੱਲ ਮੈਨੂੰ ਦੱਸੋ ਉਹ ਕੀਤਾ ਵਾ, ਚੈੱਕ ਕਰਕੇ ਪਾਸ ਕੀਤਾ? ਕੱਦੀ ਕੰਪਲੇਂਟ ਚੱਲਦੀ ਹੈ, ਇਨਫੋਰਸਮੈਂਟ ਨੇ ਇਨਕੁਆਰੀ ਲਾਈ ਹੋਈ ਆ, ਵਿਜੀਲੈਂਸ ਦੀ ਇਨਕੁਆਰੀ ਆ ਗਈ, EPF ਦੀ ਇਨਕੁਆਰੀ ਹੈਗੀ। ਇਹ ਮੈਨੂੰ ਦੱਸਣਾ ਇੱਥੇ ਹੁਣ ਕਿੰਨੇ ਟਾਈਮ ਤੋਂ ਆ, ਇਹ ਕਿੰਨੀ ਸਿਕਿਉਰਿਟੀ ਰੋਕੀ ਹੈ ਇਹਨਾਂ ਨੇ? ਵਿਜ਼ਨ ਪਲੱਸ ਤੁਹਾਡੇ ਨਾਲ ਤੁਸੀਂ ਸੀਗੇ, 2 ਮੁੰਡੇ ਹੋਰ, ਇੱਕ ਦੀਪਕ ਮੇਰੇ ਨਾਲ ਖੜਾ ਹੈ ਸਟੇਜ 'ਚ, ਇੱਕ ਜਗਜੀਤ ਆ ਮੁੰਡਾ ਸਵਰਮਨ 'ਚ। ਇਹ ਮੈਨੇਜਮੈਂਟ ਦੀ ਹੁਣ ਪੂਰੀ ਕੋਸ਼ਿਸ਼ ਆ ਵੀ ਇਹਨਾਂ ਨੂੰ ਦਵਾ ਲਈ, ਇਹਨਾਂ ਦੇ ਆਪਾਂ ਬਿਆਨ ਬਦਲਾ ਦਈਏ, ਕੁਝ ਵੀ ਕਰਾ ਦਈਏ ਬਈ ਜਦੋਂ ਡਰਾ ਲਾਂਗੇ ਨਾਲ ਦੇ ਬੰਦੇ ਤਾਂ ਇਹ ਗਰੀਬਾਂ ਤੇ ਅਤਿਆਚਾਰ। ਹੁਣ ਜਿਹੜੀ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਵੀ ਅਸੀਂ ਬੜੀ ਸਾਨੂੰ ਵੋਟਾਂ ਪਾਓ, ਅਸੀਂ ਇਮਾਨਦਾਰੀ ਸਿਸਟਮ ਲਿਆਵਾਂਗੇ, ਕਰਪਸ਼ਨ ਬੰਦ ਕਰਾਂਗੇ, ਉਹ ਮੈਂ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਇਮਾਨਦਾਰ ਹੋ, ਤੁਹਾਡੇ MLA ਇਮਾਨਦਾਰ ਆ, ਮੰਨਦੇ ਆ, ਪਰ ਇਹ ਕਰਪਸ਼ਨ ਤਾਂ ਬੰਦ ਹੋਊਗੀ ਜੇ ਇਹੋ ਜਿਹੇ ਘਟੀਆ ਹੰਕਾਰੀ ਅਫਸਰ ਇੱਥੋਂ ਕੱਢੋਗੇ, ਕਰਪਸ਼ਨ ਵਾਲੇ ਅਫਸਰ ਕੱਢੋਗੇ, ਇਹਨਾਂ ਤੇ ਐਕਸ਼ਨ ਲਾਓਗੇ। ਜਿੰਨਾ ਟਾਈਮ ਤੁਸੀਂ ਇਹਨਾਂ ਤੋਂ ਐਕਸ਼ਨ ਨਹੀਂ ਲੈਂਦੇ, ਤੁਸੀਂ ਉੱਤੋਂ ਜੋ ਕੁਝ ਮਰਜ਼ੀ ਕਹੋ, ਥੱਲੇ ਦਾ ਸਿਸਟਮ ਇਹਨਾਂ ਨੇ ਚਲਾਉਣਾ। SDO ਸਾਹਿਬ ਅੰਦਰ ਬੈਠੇ, ਆਓ ਚਲੀਏ ਦੇਖਦੇ ਹਾਂ, ਗੱਲ ਕਰਦੇ ਹਾਂ। ਆਜੋ ਜੀ, ਸਰ ਸਤਿ ਸ੍ਰੀ ਅਕਾਲ ਜੀ, ਅੰਦਰ ਆ ਸਕਦੇ ਹੋ ਜੀ? ਸਰ ਨਮਸਕਾਰ ਜੀ। ਸਰ
ਕੀ ਮਸਲਾ ਹੈ? ਬਾਹਰ ਧਰਨਾ ਲੱਗਿਆ ਹੋਇਆ ਹੈ, ਇਹ ਕਹਿ ਰਹੇ ਕਿ ਲੜਕੇ ਨੇ ਛੁੱਟੀ ਕਰ ਲਈ ਹੈ ਬਿਨਾਂ ਦੱਸੇ ਤੇ ਉਸ ਨੂੰ ਇੱਥੋਂ ਬੱਦਿਆ ਜਾ ਰਿਹਾ ਹੈ। ਪਰਸੋਂ ਦੀ ਗੱਲ ਹੈ ਜਦੋਂ ਹਨੇਰੀ ਦਾ ਟਾਈਮ ਸੀਗਾ ਠੀਕ ਹੈ ਜੀ, ਤੇ ਇਹ ਜਿਹੜਾ ਸਟਾਫ ਸਾਡੇ ਕੋਲ ਰੱਖਿਆ ਹੋਇਆ ਠੀਕ ਹੈ। ਇਹ ਕੰਪਲੀਟਾਂ ਕਰਨ ਹੀ ਰੱਖਿਆ ਹੋਇਆ। ਠੀਕ ਹੈ ਜੀ, ਉਸ ਦਿਨ ਸਾਡੇ ਕੋਲ 2 ਬੰਦੇ ਡਿਊਟੀ ਸੀਗੀ ਠੀਕ ਹੈ ਜੀ, ਤੇ ਉਸ ਦਿਨ ਦੋਨੇ ਬੰਦੇ ਐਬਸੈਂਟ ਸੀਗੇ। ਇੱਕ ਬੰਦੇ ਨੇ ਇਨਫੋਰਮ ਕਰ ਦਿੱਤਾ ਗਿਆ ਕਿ ਮੈਨੂੰ ਬੁਖਾਰ ਹੋ ਗਿਆ ਤੇ ਮੈਂ ਨਹੀਂ ਆ ਸਕਦਾ, ਦੂਜੇ ਵੱਲੋਂ ਨਾ ਇਨਫੋਰਮ ਕੀਤਾ ਗਿਆ ਨਾ ਹੀ ਉਸ ਦਾ ਫੋਨ ਚੱਕਿਆ ਗਿਆ। ਪਰ ਇਹਨਾਂ ਦਾ ਕਹਿਣਾ ਹੈ ਕਿ ਪਿਛਲਾ ਕੋਈ ਮਸਲਾ ਹੈ ਉਹਨੂੰ ਲੈ ਕੇ ਜਿਹੜੀ ਰੰਜਿਸ਼ ਕੱਢੀ ਜਾ ਰਹੀ ਹੈ। ਪਤਾ ਨਹੀਂ ਕੋਈ ਮੈਨੂੰ ਕੋਈ ਪਤਾ ਨਹੀਂ ਕਿਹਦੇ ਨਾਲ ਮਸਲਾ ਕਿਹਦੇ ਨਾਲ ਹੈਗਾ, ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ, ਨਾ ਮੇਰੇ ਨਾਲ ਹੈਗਾ, ਪਤਾ ਨਹੀਂ ਇਹ ਕਿਹਦੀ ਗੱਲ ਕਰ ਰਹੇ, ਨਾ ਮੈਨੂੰ ਧਿਆਨ 'ਚ ਹੈ। ਕੁਝ ਬਿੱਲ ਵਗੈਰਾ ਜਿਹੜੇ ਪਾਸ ਹੋਏ ਆ, ਪਹਿਲਾਂ ਕਹਿੰਦੇ ਇਹਨਾਂ ਨੇ ਕੋਈ ਐਪਲੀਕੇਸ਼ਨ ਲਗਾਈ, ਉਹਦੀ ਇਨਕੁਆਇਰੀ ਚੱਲ ਰਹੀ ਹੈ, ਉਹਦੇ ਵਿੱਚ ਬਿਜਲੀ ਬੋਰਡ ਨੇ ਮੰਨਿਆ ਵੀ ਹੈ ਕਿ ਜਿਹੜਾ ਘਪਲਾ ਉਹ ਸਾਬਤ ਹੋ ਚੁੱਕਿਆ ਹੈ ਤੇ ਇਹ ਕਿਤੇ ਕਹਿੰਦੇ ਕਿ ਆਪਣੀ ਨਾਕਾਮੀ ਨੂੰ ਛੁਪਾਉਣ ਵਾਸਤੇ ਜਿਹੜੇ ਮੁੰਡੇ 4 ਹੈਗੇ ਇਹ ਸਿਰਫ ਇਹਨਾਂ ਨਾਲ ਹੀ ਜਿਹੜੀ ਰੰਜਿਸ਼ ਕੱਢੀ ਜਾ ਰਹੀ ਹੈ। 4 ਨਹੀਂ, ਮੈਂ ਤਾਂ ਇੱਕ ਬੰਦੇ ਬਾਰੇ ਇੱਕ ਦੱਸ ਗਿਆ। ਹਾਂ, ਇੱਕ ਐਂਥਨੀ, ਬਾਕੀ ਇੱਕ ਐਂਥਨੀ ਬਾਰੇ, ਹਾਂ ਜਿਹੜਾ ਇੱਕ ਬੰਦਾ ਸਾਡਾ ਜਿਹੜਾ ਮੈਂ ਤੁਹਾਨੂੰ ਦੱਸਿਆ ਜਿਹੜਾ ਐਬਸੈਂਟ ਸੀ ਉਹਦੇ ਬਾਰੇ ਦੱਸਿਆ। ਅੱਛਾ, ਤੇ ਜਿਹੜੇ ਪਹਿਲਾਂ ਦੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਐਂ ਕੰਪਲੇਂਟ ਆ ਜਾਂ ਕੁਛ ਹੈਗਾ ਵਾ, ਉਹਦੇ ਬਾਰੇ ਮੈਨੂੰ ਕੋਈ ਨੌਲੇਜ ਪਰ ਸਰ ਐਡਾ ਵੱਡਾ ਮੁੱਦਾ ਹੈਗਾ ਕਿ ਕੋਈ ਬੰਦੇ ਨੂੰ ਚੇਂਜ ਕਰ ਦਿੱਤਾ ਜਾਵੇ। ਹਾਂ, ਜੇ ਬੰਦਾ ਨਹੀਂ ਕੰਮ ਕਰੂਗਾ, ਇੱਕ ਵਾਰ ਨਹੀਂ ਹੋਇਆ, ਇਹਨੂੰ 2-3 ਵਾਰ ਪਹਿਲਾਂ ਵੀ ਵਰਬਲੀ ਵੀ ਵਾਰਨਿੰਗ ਦਿੱਤੀ ਗਈ ਕਿ ਉਹ ਬਾਈ ਰਿਕਾਰਡ। ਤੁਹਾਡੇ ਕੋਲ ਰਿਕੁਐਸਟ ਹਾਂ, ਸਾਡੇ ਕੋਲ ਮੰਗੀ ਹੈ? ਨਹੀਂ, ਸਾਡੇ ਕੋਲ ਕੋਈ ਉਹਨੇ ਮਾਫੀ ਨਹੀਂ ਮੰਗੀ। ਜਿਹੜੀ ਮਾਫੀ ਇਸ ਵਾਰ ਇਹਨੇ ਮੈਨੂੰ ਲਿਖ ਕੇ ਦਿੱਤਾ ਕਿ ਮੇਰੇ ਤੋਂ ਮਾਫੀ ਹੈ, ਮੈਂ ਦਿੱਤੀ ਜਾਵੇ। ਪਰ ਐਂ ਆ ਗੱਲ ਕਿ ਜਿਹੜੀ ਪਬਲਿਕ ਆ ਨੂੰ ਜੀ ਕੰਪਲੇਂਟਾਂ ਇਹ ਨਹੀਂ ਕਰਨਗੇ ਤਾਂ ਹੋਰ ਕੌਣ ਕਰੂਗਾ? ਜੇ ਸਾਡਾ ਸਟਾਫ ਜਿਹੜਾ ਇਹ ਰੱਖਿਆ ਹੋਇਆ ਕੰਪਲੇਂਟਾਂ ਲਈ ਇਹੀ ਨਹੀਂ ਕਰੂਗਾ, ਹੋਰ ਕੌਣ ਕਰੂਗਾ? ਸਰ, ਤੁਹਾਨੂੰ ਨਹੀਂ ਲੱਗਦਾ ਕਿ ਇਹ ਮੁੰਡੇ 10-10 ਰੁਪਏ 'ਚ ਲੱਗੇ ਹੋਏ ਨੇ ਵਿਚਾਰੇ, ਇਹ ਦਿਨ ਰਾਤ ਮਿਹਨਤਾਂ ਕਰਦੇ ਨੇ, ਅਗਰ ਇੱਕ ਅੱਧੀ ਦਿਨ ਛੁੱਟੀ ਹੈ ਤਾਂ ਇਦਾਂ ਹੋ ਵੀ ਜਾਂਦੀ ਹੈ। ਨਹੀਂ, ਪਰ ਕੰਪਲੇਂਟਾਂ ਕੌਣ ਕਰੂਗਾ? ਨਹੀਂ, ਪਰ ਇੱਦਾਂ ਟ੍ਰਾਂਸਫਰ ਕੀਤੀ, ਅਸੀਂ ਸਿਰਫ ਟ੍ਰਾਂਸਫਰ ਕੀਤੀ ਹੈ। ਮੇਰੀ ਗੱਲ ਸੁਣੋ, ਹੋ ਜਾਵੇ ਆਪਾਂ ਵੀ ਛੁੱਟੀ ਕਰ ਲੈਂਦੇ। ਮੈਂ ਤਾਂ ਆਪ ਕਹਿੰਦਾ ਪਰ ਦੱਸਣਾ ਫਰਜ਼ ਬਣਦਾ ਸੀ ਤਾਂ ਕਿ ਕਿਸੇ ਹੋਰ ਬੰਦੇ ਦਾ ਇੰਤਜ਼ਾਮ ਕੀਤਾ ਜਾਂਦਾ ਕੰਪਨੀ ਵੱਲੋਂ। ਦਵਾਈ ਲੈ ਕੇ ਆਂਦਾ ਰਿਹਾ, ਤੀਸਰੇ ਦਿਨ ਉਹਨੇ ਅੱਜ ਮਤਲਬ ਕੋਈ ਦਵਾਈ ਨਹੀਂ ਲਈ, ਨਾ ਮੈਨੂੰ ਪਤਾ ਇਹਦੇ ਬਾਰੇ ਦਵਾਈ ਲਈ ਹੈ ਕਿ ਨਹੀਂ ਲਈ, ਨਾ ਕੁਝ ਪਤਾ ਮੈਨੂੰ, ਕੁਝ ਨਹੀਂ ਪਤਾ। ਸਿਰਫ ਨਾ ਇਹਨੇ ਦੱਸਿਆ ਗਿਆ, ਇਹ ਵੀ ਉਹਦੇ ਬਾਅਦ ਦੱਸਿਆ ਗਿਆ ਕਿ ਜਦੋਂ ਇਹ ਗੱਲ ਹੋ ਗਈ ਉਹਦੇ ਬਾਅਦ ਇਹਨੇ ਦੱਸਿਆ ਇਹ ਸਾਰੀ ਗੱਲ। ਅੱਛਾ, ਉਹਨਾਂ ਨੂੰ ਤੁਸੀਂ ਟ੍ਰਾਂਸਫਰ ਕਰ ਦਿੱਤਾ ਇੱਥੋਂ ਜਾਂ ਹਜੇ ਕੀ ਕਰਨਾ ਹੈ? ਅਸੀਂ ਕੰਪਨੀ ਨੂੰ ਲਿਖਦੇ ਹਾਂ ਜਿਹਦੇ ਥਰੂ ਇਹ ਅਪਾਇੰਟ ਹੋਏ ਨੇ। ਅੱਛਾ, ਕੰਪਨੀ ਨੇ ਟ੍ਰਾਂਸਫਰ ਕੀਤਾ, ਅਸੀਂ ਨਹੀਂ ਕੀਤਾ। ਇਹ ਪ੍ਰਾਈਵੇਟ ਕੰਪਨੀ ਹੈ ਕੋਈ? ਕੀ ਨਾਮ ਹੈ ਉਸ ਕੰਪਨੀ ਦਾ? ਸੰਧਿਆ ਐਂਡ ਕੰਪਨੀ। ਸੰਧਿਆ ਐਂਡ ਕੰਪਨੀ। ਇਹ ਹਰ ਸਾਲ ਆਪਣਾ ਨਾਮ ਚੇਂਜ ਕਰ ਦਿੰਦੀ ਹੈ, ਪਿਛਲੇ ਸਾਲ ਕੁਝ ਹੋਰ ਸੀ ਇਹਦਾ ਨਾਮ ਸ਼ਾਇਦ। ਇਹ ਜਿਹਨੂੰ ਟੈਂਡਰ ਹੁੰਦਾ ਉਹਨੂੰ ਮਿਲਦਾ ਹੋਊਗਾ। ਟੈਂਡਰ ਤਾਂ ਇੱਕੋ ਹੀ ਕੰਪਨੀ ਕੋਲ ਪਿਛਲੇ 4 ਸਾਲ ਤੋਂ। ਇਹਦੇ ਬਾਰੇ ਮੈਨੂੰ ਨਹੀਂ ਪਤਾ, ਨਾਮ ਇਹ ਟੈਂਡਰ ਦੇਣਾ, ਇਹ ਹਾਇਰ ਅਥਾਰਟੀ ਜਿੱਥੋਂ ਵੀ ਮਿਲਦਾ ਉਹਨਾਂ ਨੂੰ ਪਤਾ ਹੋਊਗਾ। ਠੀਕ, ਧੰਨਵਾਦ ਜੀ। ਜਿਵੇਂ ਕਿ ਆਪਣੀ ਗੱਲ ਹੋਈ ਹੈ, ਸਰ ਨੇ ਦੱਸਿਆ ਕਿ ਜੀ ਮੈਨੂੰ ਇਸ ਦੇ ਬਾਰੇ ਕੋਈ ਵੀ ਨੌਲੇਜ ਨਹੀਂ ਹੈ ਤੇ ਮੇਰਾ ਪੁਰਾਣਾ ਕੋਈ ਵੀ ਇਹਨਾਂ ਨਾਲ ਕੋਈ ਮੈਟਰ ਨਹੀਂ ਹੈ ਤੇ ਜੇ ਪਹਿਲਾਂ ਕੁਝ ਅਗਰ ਇਸ ਤਰ੍ਹਾਂ ਦਾ ਹੋਇਆ ਤਾਂ ਮੇਰੀ ਨੌਲੇਜ 'ਚ ਨਹੀਂ ਹੈ। ਜਿਹੜਾ ਇਹ ਲੜਕਾ ਹੈ ਇਹਦੇ ਐਂਥਨੀ ਨਾਮ ਦੱਸਿਆ ਜਾ ਰਿਹਾ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਬਿਮਾਰ ਸੀ ਜਿਸ ਕਰਕੇ ਛੁੱਟੀ ਕਰ ਲਈ, ਪਰ ਐਸਡੀਓ ਸਾਹਿਬ ਦਾ ਕਹਿਣਾ ਹੈ ਕਿ ਇਹ ਪਹਿਲਾਂ ਵੀ ਇਹਨਾਂ ਨੂੰ 1-2 ਵਾਰੀ ਇੱਦਾਂ ਹੀ ਵਾਰਨਿੰਗ ਦੇ ਕੇ ਛੱਡਿਆ ਗਿਆ ਹੈ, ਲੇਕਿਨ ਕਿਤੇ ਨਾ ਕਿਤੇ ਐਡਾ ਵੱਡਾ ਮੁੱਦਾ ਨਹੀਂ ਸੀ। ਪਰ ਉਹ ਕਹਿੰਦੇ ਜੇ ਅਗਰ ਕੰਮ ਨਹੀਂ ਕਰਨਗੇ ਤਾਂ ਉਹਨਾਂ ਨੂੰ ਚੇਂਜ ਕਰਨਾ ਪਏਗਾ। ਬਣਿਆ ਆ? ਹਾਂਜੀ, ਲੇਬਰ ਐਕਟ ਦੇ ਤਹਿਤ ਵੀ ਆ, ਵਰਕ ਆਰਡਰ 'ਚ ਵੀ ਆ। ਐਸਡੀਓ ਸਾਹਿਬ ਨੇ ਵਰਕ ਆਰਡਰ ਪੜ੍ਹਿਆ, ਇਹ ਤਾਂ ਹੈ ਨਹੀਂ ਵੀ ਇਹਨਾਂ ਨੇ ਵਰਕ ਆਰਡਰ ਪੜ੍ਹਿਆ ਨਹੀਂ ਹੈਗਾ। ਸਰ, ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਹੈਗਾ ਜਿੱਦਾਂ ਮੈਂ ਦੱਸਦੇ ਪਏ? ਸਰ, ਕਿਸ ਤਰ੍ਹਾਂ ਦਾ? ਆਓ ਜੀ। ਸੀਐਲ ਦਾ ਪ੍ਰਾਵਧਾਨ ਸੀਐਲ ਲੈ ਪਰ ਲਿਖਣੀ ਦੱਸਣੀ ਵੀ ਬਣਦੀ ਆ, ਪਰ ਦੱਸਿਆ ਨਹੀਂ ਉਹ ਕਿਵੇਂ ਪਤਾ ਲੱਗੂ? ਸੀਐਲ ਦਾ ਮਤਲਬ ਕੀ ਹੈ ਸਰ? ਆਪ ਦਿਨ 'ਚ ਤਾਂ ਉਹ ਬਿਮਾਰ ਹੋ ਗਿਆ ਨਹੀਂ, ਪਰ ਦੱਸਣਾ ਬਣਦਾ। ਮੈਂ ਤਾਂ ਨਹੀਂ, ਇਹ ਫਿਰ ਕਹਿ ਰਿਹਾ। ਦੱਸਦਾ ਉਹਨੇ। ਪਰ ਜੇ ਉਹਨੇ ਨਹੀਂ, ਇਹ 2 ਬੰਦੇ ਨੇ, ਜੇ ਦੋਨੇ ਸੀਐਲ ਕਰ ਗਏ ਨੇ, ਦੋਨਾਂ ਨੂੰ ਤਾਂ ਇੱਕੋ ਟਾਈਮ ਤੇ ਬਿਮਾਰੀ ਨਹੀਂ ਹੋ ਸਕਦੀ। ਮੌਸਮ ਖਰਾਬ ਚੱਲਦਾ, ਇਹਦੇ ਕੀ ਇੱਕ ਬਿਮਾਰ ਹੋ ਸਕਦਾ ਜੀ। ਇਹ ਕੰਪਨੀ ਨਾਲ ਇਹਦਾ ਦੇਖੋ, ਜਿਹੜੀ ਕੰਟਰੈਕਟ ਮਿਲਿਆ ਕੰਪਨੀ ਨੂੰ ਮਿਲਿਆ। ਅੱਛਾ, ਕੰਪਨੀ ਨੇ ਬਣਦਾ ਜੇ ਇਹਨਾਂ ਸੀਐਲਏ ਕੰਪਨੀ ਹੋਰ ਬੰਦੇ ਭੇਜ ਦਿੰਦੀ ਆਪਣੀ, ਤੇ ਫਿਰ ਸਾਡਾ ਬਿਜਲੀ ਬੋਰਡ ਨੇ ਕੰਪਨੀ ਨਾਲ ਦੇਖਣਾ, ਕੰਪਨੀ ਨਾਲ ਇਹਨਾਂ ਦੇਖਣਾ, ਤੁਸੀਂ ਆਪਣਾ ਕੰਮ ਬੰਦੇ ਲੈਣਾ। ਹਾਂ, ਅਸੀਂ ਤਾਂ ਆਪਣਾ ਕੰਮ ਦੇਖਣਾ। ਜੇ ਇਹ ਨਹੀਂ ਕਰਨਗੇ ਤਾਂ ਕੰਮ ਕੌਣ ਕਰੂਗਾ? ਜਾਂ ਫਿਰ ਕੰਪਨੀਆਂ ਦੀ ਜਗ੍ਹਾ ਕਿਸੇ ਹੋਰ ਨੂੰ? ਜਿਹੜੇ, ਹਾਂ ਬਿਲਕੁਲ, ਕੰਪਨੀ ਨੂੰ ਬਿਜਲੀ ਬੋਰਡ ਨੇ ਕੰਟਰੈਕਟ ਦਿੱਤਾ ਕਰਮਚਾਰੀ ਮੁਹੱਈਆ ਕਰਾਉਣ ਨੂੰ ਜਿਹੜੇ ਕਿ ਕੰਪਲੇਂਟ ਤੇ ਡਿਊਟੀ ਦੇਣਗੇ, ਕੰਪਲੇਂਟਾਂ ਲੋਕਾਂ ਦੀਆਂ ਹੱਲ ਕਰਨਗੇ। ਮੀਂਹ ਦਾ ਮੌਸਮ, ਗਰਮੀ ਦਾ ਸੀਜ਼ਨ ਆ ਰਿਹਾ, ਜੇ ਇਹ ਨਹੀਂ ਆਉਣਗੇ ਤਾਂ ਕੰਪਨੀ ਹੋਰ ਮੁਹੱਈਆ ਕਰਾ ਦਿੰਦੀ ਤਾਂ ਕੋਈ ਪ੍ਰੋਬਲਮ ਨਹੀਂ। ਇਹ ਚੀਜ਼ ਤਾਂ ਕੰਪਨੀ ਦੀ ਬਣਦੀ ਸੀ ਨਾ, ਇਹ ਥੋੜੀ ਵੀ ਅਸੀਂ ਬੰਦੇ ਨੂੰ ਕੱਢਾਂਗੇ। ਇਹ ਕੰਪਨੀ ਦਾ ਕਹਿੰਦੇ ਕੱਢਿਆ ਨਹੀਂ ਹੈ, ਟ੍ਰਾਂਸਫਰ ਕੀਤਾ। ਟ੍ਰਾਂਸਫਰ ਵੀ ਕੀਤਾ, ਕਿਹੜੇ ਕਾਰਨ ਕਰਕੇ? ਇਹ ਥੋੜੀ ਇਹ ਜਾਂ ਤਾਂ ਐਸਡੀਓ ਸਾਹਿਬ ਇਹ ਜ਼ਿੰਮੇਵਾਰੀ ਲੈ ਲੈਣ। 5 ਸਾਲ ਤੋਂ ਬੰਦਾ ਇੱਥੇ ਕੰਮ ਕਰਦਾ ਪਿਆ, ਉਹ ਨਵੇਂ ਫੀਡਰਾਂ ਤੇ ਜਾਊਗਾ। ਜੇ ਉਹਦੀ ਕੋਈ ਜਾਨ ਨੂੰ ਖਤਰਾ ਹੋ ਗਿਆ, ਹਰ ਮਹੀਨੇ ਸਾਡੇ ਕੋਈ ਨਾ ਕੋਈ ਨੌਜਵਾਨ ਨਾਲ ਹਾਦਸਾ ਹੁੰਦਾ, ਕਿਸੇ ਦੇ ਹੱਥ ਵੱਢੇ ਜਾਂਦੇ। ਇੱਥੇ ਹੀ ਸੀ ਪਹਿਲਾਂ ਮੁੰਡੇ ਦੀਆਂ ਬਾਹਾਂ ਵੱਢੀਆਂ ਗਈਆਂ, ਇੱਥੇ ਹੀ ਆ ਮੁੰਡਾ, ਹੁਣ ਵੀ ਮਿਲਾ ਦਾਂਗੇ ਉਹਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗੀ। ਜਾਂ ਤਾਂ ਐਸਡੀਓ ਸਾਹਿਬ ਇਹ ਰਿਟਰਨ 'ਚ ਲੈ ਲੈਣ ਵੀ ਜੇ ਉਹਨੂੰ ਕੁਝ ਹੋਊਗਾ ਅਸੀਂ ਜ਼ਿੰਮੇਵਾਰ ਹਾਂ। ਇਹ ਥੋੜੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਤੁਹਾਡੇ ਨਾਲ ਕੋਈ ਲਿੰਕ ਨਹੀਂ, ਅਸੀਂ ਕੰਪਨੀ ਦੇ ਕੰਟਰੈਕਟਰ ਹਾਂ। ਦੂਜੇ ਪਾਸੇ ਜਦੋਂ ਤੁਸੀਂ ਆ ਕੇ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ, ਤੁਸੀਂ ਇੰਨੇ ਐਟੀਟਿਊਡ 'ਚ ਬੋਲਦੇ ਹੋ, ਤੁਸੀਂ ਕੌਣ ਕਰ ਲਿਓ ਜਿਹੜਾ ਕੁਝ ਕਰਨਾ ਅਸੀਂ ਨਹੀਂ। ਹੁਣ ਜਿਹੀ ਦੂਜੀ ਗੱਲ ਵੀ ਮੈਨੂੰ ਇਹ ਪਤਾ ਨਹੀਂ ਉਹ ਬਿੱਲ ਕਿਵੇਂ ਪਾਸ ਹੋਇਆ। ਐਸਡੀਓ ਸਾਹਿਬ 4 ਸਾਲ ਹੋ ਗਏ ਐਸਡੀਓ ਦੀ ਪੋਸਟ ਤੇ ਨੇ, ਕਿਤੇ ਨਾ ਕਿਤੇ ਤਾਂ ਲੁਧਿਆਣੇ ਦੇ ਦਫ਼ਤਰ 'ਚ ਬੈਠੇ ਸੀ, ਉਹ ਬਿੱਲ ਪਾਸ ਹੋਏ ਨੇ। ਮੈਂ ਪੂਰੇ ਪੰਜਾਬ ਦਾ ਕੇਸ ਲਾਇਆ ਹੋਇਆ, ਨਾ ਕਿ ਇਕੱਲਾ ਇਹ ਆ ਵੀ ਮੈਂ ਫੋਕਲ ਪੁਆਇੰਟ ਦਾ ਲਾਇਆ, ਇੱਥੇ ਇਹ ਹੈ ਨਹੀਂ ਸੀਗੇ, ਪੂਰੇ ਪੰਜਾਬ 'ਚ ਹੋਇਆ। ਉਹਦੀਆਂ ਇਨਕੁਆਇਰੀਆਂ ਚੱਲਦੀਆਂ ਪਈਆਂ। ਰਹੀ ਹੁਣ ਇਹ ਕਹਿੰਦੇ ਐਂਥਨੀ ਨੂੰ ਅਸੀਂ ਇਹਨਾਂ ਕਾਰਨਾਂ ਕਰਕੇ ਨਹੀਂ ਕੱਢਦੇ। ਮੇਰੇ ਕੋਲੇ ਲੈਟਰ ਆਈ ਹੋਈ ਹੈ ਐਨਫੋਰਸਮੈਂਟ ਦੀ, ਮੇਰੇ ਕੋਲੇ ਲੈਟਰ ਆ ਵਿਜੀਲੈਂਸ ਦੀ, ਮੇਰੇ ਕੋਲੇ ਲੈਟਰ ਆ IPF ਕਮਿਸ਼ਨਰ ਦੀ, ਮੇਰੇ ਕੋਲ ਲੈਟਰ ਆ ਬਿਜਲੀ ਬੋਰਡ ਜੀ 'ਚ ਮੰਨਿਆ 4 ਬੰਦਿਆਂ ਦੇ ਨਾਮ ਆ ਉਹਨਾਂ 'ਚ। ਇਹ ਕਿਹੜੀ ਗੱਲ ਹੋ ਗਈ ਵੀ ਅੱਜ 1923 ਐਕਟ ਦੱਸਣ, ਫਿਰ ਇਹ 1923 ਐਕਟ ਦੀ ਤੋਹੀਨ ਕਰਦੇ ਨੇ। 1923 ਐਕਟ ਕਹਿੰਦਾ ਵਾ ਵੀ ਜੇ 1 ਸਾਲ
ਸਾਲ ਵਰਕਰ ਇੱਥੇ ਕੰਮ ਕਰੂਗਾ, EPF ਕਟਾਉਂਦਾ ਵਾ ਤਾਂ 91 ਦਿਨਾਂ ਦੀ ਲੀਵ ਲੈ ਸਕਦਾ ਵਾ। ਇਹ ਮਤਲਬ ਇਹ ਤਾਂ ਤੁਸੀਂ ਬੰਦਿਆਂ ਨੂੰ ਕੁਚਲਦੇ, ਉਹਨਾਂ ਨਾਲ ਅਤਿਆਚਾਰ ਕਰਦੇ ਹੋ ਤੁਸੀਂ। ਆਪਣਾ ਤੁਹਾਨੂੰ ਹੰਕਾਰ ਆ ਵੀ ਅਸੀਂ ਪੋਸਟ ਤੇ ਬੈਠੇ ਹਾਂ, 10,000 ਵਾਲੇ ਅਸੀਂ ਉਹਨਾਂ ਨੂੰ ਕੁਚਲਾਂਗੇ। ਤੁਸੀਂ ਇਹ ਚੀਜ਼ਾਂ ਕਰਦੇ ਹੋ, ਤੁਸੀਂ ਆਪਣੀ ਅਫਸਰਸ਼ਾਹੀ ਦੇ ਧੌਣ ਚ ਕੀਲਾ। ਮੈਂ ਸਰ 1923 ਦਾ ਐਕਟ ਹੈਗਾ ਕੋਈ ਜਿਹਦੇ 'ਚ ਛੁੱਟੀ ਲੈ ਸਕਦੇ ਆ? ਹੋਊਗਾ, ਮੈਨੂੰ ਇਹਦੇ ਬਾਰੇ ਨੌਲੇਜ ਨਹੀਂ। ਤੁਹਾਨੂੰ ਨੌਲੇਜ ਨਹੀਂ ਹੈ? ਨਹੀਂ। ਤੁਸੀਂ ਕਿੰਨੇ ਫਿਰ ਦੂਜੀ ਗੱਲ ਪਹਿਲਾਂ ਜਾਂ ਤਾਂ ਮੈਂ ਇੱਕ ਗੱਲ ਸੁਣੋ, ਜਿਹੜੀ ਮੈਂ ਐਸਡੀਓ ਤੁਸੀਂ? ਮੈਂ 4 ਸਾਲ ਤੋਂ 4 ਸਾਲ ਤੋਂ ਲੁਧਿਆਣੇ ਹੀ ਹੋ? ਲੁਧਿਆਣੇ ਪਬਲਿਕ ਡੀਲਿੰਗ 'ਚ ਨਹੀਂ ਸੀਗਾ ਮੈਂ। ਅੱਛਾ, ਪਹਿਲਾਂ ਕੀ? ਮੈਂ ਨਾਨ ਪਬਲਿਕ ਡੀਲਿੰਗ 'ਚ ਸੀ, ਜਿੱਥੇ ਕਿ ਉਹਨਾਂ ਨਾਲ ਨਾਨ ਪਬਲਿਕ ਡੀਲਿੰਗ ਸਾਡਾ ਇੱਕ ਇਹੋ ਜਿਹਾ ਮਹਿਕਮਾ ਜਿੱਥੇ ਲੋਕਾਂ ਨਾਲ ਕੋਈ ਲਿੰਕ ਨਹੀਂ ਹੁੰਦਾ ਉਹਨਾਂ ਦਾ, ਉਹਦਾ ਡਿਪਾਰਟਮੈਂਟ 'ਚ ਮੈਂ ਸੀਗਾ। ਮੈਂ ਉਰੇ ਹੁਣੇ ਆਇਆ। ਇਹ ਤੁਹਾਡੇ ਕੋਲ ਪਾਵਰਾਂ ਨੇ ਸਰ ਇਹਨੂੰ ਟ੍ਰਾਂਸਫਰ ਕਰਨ ਦੀ ਹੈ ਜਾਂ ਕੰਪਨੀ? ਨਹੀਂ, ਮੈਂ ਤੁਹਾਨੂੰ ਹਜੇ ਵੀ ਦੱਸ ਰਿਹਾ, ਮੈਂ ਕੰਪਨੀ ਨੂੰ ਲਿਖ ਕੇ ਦਿੱਤਾ, ਕੰਪਨੀ ਨੇ ਇਹਨੂੰ ਟ੍ਰਾਂਸਫਰ ਕੀਤਾ। ਸਾਡੇ ਕੋਲੋਂ ਨਹੀਂ ਆ, ਸਾਡੇ ਕੋਲ ਪ੍ਰੂਫ ਪਿਆ ਦਾ ਕੰਪਨੀ ਦਾ। ਤੁਸੀਂ ਕੰਪਨੀ ਨੂੰ ਲਿਖ ਕੇ ਦਿੱਤਾ ਹੈ ਕਿ ਇਸ ਤਰ੍ਹਾਂ ਦਾ ਬੰਦੇ ਨੇ ਕੀਤਾ, ਕੰਪਨੀ ਨੇ ਇਹਨੂੰ ਟ੍ਰਾਂਸਫਰ ਕੀਤਾ। ਅੱਛਾ, ਜਿਵੇਂ ਕਿ ਦੇਖ ਸਕਦੇ ਹੋ ਇਹ ਚੀਜ਼ ਮੈਂ ਵੀ ਦਿਖਾ ਦਿੰਦਾ। ਕੰਪਨੀ ਦੇ ਮੈਨੇਜਰ ਇੱਥੇ ਆ ਕੇ ਗਏ ਨੇ। ਅੱਛਾ, ਆ ਦੇਖੋ ਜੀ, ਨਹੀਂ ਪਰ ਇਹਦੇ 'ਚ ਲਿਖਿਆ ਹੋਇਆ ਨਾ ਭਾਈ ਤੁਸੀਂ? ਹਾਂ, ਮੈਂ ਕੰਪਨੀ ਦੇ ਮੈਨੇਜਰ ਆ, ਮੈਨੂੰ ਇਹ ਚੀਜ਼ ਲਿਖੀ। ਪਰ ਦੂਜੀ ਲੈਟਰ ਵੀ ਦਿਖਾ ਦਿਓ ਜਿਹੜੀ ਐਸਡੀਓ ਸਾਹਿਬ ਨੇ ਲਿਖੀ ਹੈ। ਟੂ ਕੰਸਰਨ ਟੂ ਮਿਸਟਰ ਐਂਥਨੀ ਸ਼੍ਰੀਦਨ ਜੀ ਡੈਨੀਅਲ। ਨਹੀਂ ਦੂਜੀ 2 ਮਿੰਟ। ਤੁਸੀਂ ਵੀ ਸਰ ਇੱਕ ਰਿਕੁਐਸਟ ਦਿੱਤੀ ਹੋਣੀ ਨਾ, ਤੁਸੀਂ ਇੱਕ ਲੈਟਰ ਦਿੱਤੀ ਹੋਣੀ ਕੰਪਨੀ ਨੂੰ? ਕੰਪਨੀ ਨੂੰ ਵੀ ਉਹਨਾਂ ਤੁਹਾਡੇ EMPLOYE ਨਹੀਂ ਹੈ, ਇਹਨੂੰ ਟ੍ਰਾਂਸਫਰ ਕੀਤਾ ਜਾਵੇ। ਨਹੀਂ, ਲਿਖ ਕੇ ਦਿੱਤਾ ਤਾਂ ਹੋਏਗਾ, ਉਹਦਾ ਕੋਈ ਰਿਪੋਰਟ ਤੁਹਾਡੇ ਕੋਲ ਵੀ ਤਾਂ ਹੋਏਗਾ ਨਾ? ਹਾਂ, ਹੈਗਾ। ਉਹ ਕਿੱਥੇ ਹੈ ਸਰ? ਉਹ ਡਾਕ 'ਚ ਪਿਆ ਹੋਊਗਾ, ਡਾਕ 'ਚ ਕਢਾ ਲਾਂਗੇ। ਡਾਕ 'ਚ ਕਢਾ ਦੋਗੇ? ਹੈਗਾ ਲਿਖਿਆ ਹੋਇਆ। ਲਿਖਿਆ ਹੈ ਤੁਹਾਡੇ ਕੋਲ? ਕਿਉਂਕਿ ਜੇ ਬੰਦਾ ਨਹੀਂ ਹੋਊਗਾ ਉਹ ਮੈਂ ਦਿਖਾ ਦੇਣਾ ਜੀ। ਆ ਦੇਖੋ ਇਹਨਾਂ ਨੇ ਲਿਖਿਆ ਹੋਇਆ ਵੀ 1 ਦਿਨ ਦੀ ਛੁੱਟੀ ਕਰਕੇ ਇਹ ਬੰਦੇ ਨੂੰ, ਹੁਣ ਇਹ ਕਹਿੰਦੇ ਦੂਜੇ ਬੰਦੇ ਨੇ ਇਨਫੋਰਮ ਕੀਤਾ। ਠੀਕ ਆ, ਇਹੀ ਗੱਲ ਹੋਈ ਆ। ਦੂਜੇ ਬੰਦੇ ਨੂੰ ਵੀ ਇਹਨਾਂ ਨੇ ਇਨਫੋਰਮ ਵਾਲੇ ਨੂੰ ਵੀ ਵਾਰਨਿੰਗ ਲੈਟਰ ਕੱਢੀ ਹੈ ਤਾਂ ਕਿ ਅਗਰ ਤੁਹਾਡੇ ਐਂਡ 'ਚ ਹੈਗਾ ਮੈਂ ਨਹੀਂ ਗੱਡੀ, ਕੰਪਨੀ ਨੇ ਗੱਡੀ। ਮੇਰੀ ਬੇਨਤੀ ਸੁਣੋ, ਐਡਾ ਵੱਡਾ ਕੋਈ ਮੈਟਰ ਹੈ ਨਹੀਂ, ਹੈ ਨਾ? ਨਹੀਂ, ਮੈਟਰ ਤਾਂ ਮੈਂ ਤਾਂ ਆਪ ਕਹਿੰਦਾ ਜੇ ਬੰਦੇ ਟ੍ਰਾਂਸਫਰ ਕਿਤੇ ਜੁਆਇਨ ਕਰੇ ਆਪਣਾ ਜਾ ਕੇ ਜੁਆਇਨ ਕਰਾ ਲਓ, ਇੱਥੇ ਕਰਾ ਲਓ। ਨਹੀਂ, ਸਾਡੇ ਕੋਲ ਨਹੀਂ ਹੋਣਾ, ਕੰਪਨੀ ਨੇ ਕੀਤਾ ਜੀ, ਉਹਨਾਂ ਨਾਲ ਕੰਟੈਕਟ ਕਰਨਾ। ਮੈਂ ਨਹੀਂ ਇਹਨੂੰ ਕੱਢਿਆ, ਨਾ ਮੈਂ ਕੀਤਾ, ਕੰਪਨੀ ਨੇ ਕੱਢਿਆ, ਉਹਦੇ ਟ੍ਰਾਂਸਫਰ ਕੀਤਾ ਤਾਂ ਉੱਥੇ ਹੀ ਹੋਣਾ ਬੜਾ। ਕੰਪਲੇਂਟ ਤੁਹਾਡੀ ਪਾਈ ਗਈ ਤਾਂ? ਹਾਂ, ਕੰਪਲੇਂਟ ਹੁਣ ਜੇ ਨਹੀਂ 2 ਬੰਦੇ ਨੇ, ਜੇ ਦੋਨੇ ਨਹੀਂ ਆਉਣਗੇ ਕੰਮ ਕੌਣ ਕਰੂਗਾ ਮੈਨੂੰ ਦੱਸੋ। ਇੱਕ ਅੱਧਾ ਦਿਨ ਤਾਂ ਕੋਈ ਬਿਮਾਰ ਸ਼ਮਾਰ ਹੋ ਸਕਦਾ ਉਹਦਾ। ਫਿਰ ਲਾਈਟ ਤੋਂ ਬਿਨਾ ਕੌਣ ਰਹਿ ਸਕਦਾ ਇੱਕ ਅੱਧਾ ਦਿਨ ਵੀ? ਸਰ ਮਿੰਟ ਤੋਂ ਬਿਨਾ ਨਹੀਂ ਕੋਈ ਰਹਿ ਸਕਦਾ। ਬੰਦੇ ਨੇ ਸੁਪਰਵਾਈਜ਼ਰ ਦੀ ਡਿਊਟੀ। ਕੰਪਨੀ ਮੈਂ ਤਾਂ ਆਪ ਕਹੀ ਜਾਂਦਾ, ਮੈਂ ਆਪ ਕਹਿ ਰਿਹਾ। ਤੁਹਾਡੇ ਇਹ 'ਚ 2 ਹੀ ਜਾਂ ਤਾਂ ਤੁਸੀਂ ਇਹਨਾਂ ਨੂੰ ਬੋਲਣ ਜੋ ਮੇਰੀ ਸੁਣ ਲੈਣ ਦਿਓ। ਮੇਰੀ ਇੱਕ ਗੱਲ ਸੁਣੋ, ਇਹ ਉਸ ਟਾਈਮ ਉਸ ਦਿਨ ਡਿਊਟੀ ਤੇ ਇਹੀ ਦੋਸਤ ਸੀ। ਠੀਕ ਹੈ, ਠੀਕ ਆ। ਜੇ ਨਹੀਂ ਆਏ ਤਾਂ ਕੰਪਨੀ ਨੂੰ ਚਾਹੀਦਾ ਸੀ ਇਹ ਹੋਰ ਕੋਈ ਭੇਜਦੀ, ਸਾਨੂੰ ਕੋਈ ਪ੍ਰੋਬਲਮ ਨਹੀਂ ਸੀ। ਤੁਸੀਂ ਕੰਪਨੀ ਨੂੰ ਇਹ ਚੀਜ਼ ਵੀ ਕਹਿ ਸਕਦੇ ਸੀ ਨਾ ਜਿੱਦਣ ਇਹ ਨਹੀਂ ਆਏ ਉਦੋਂ ਕਿ ਬਈ ਕਿਸੇ ਹੋਰ ਨੂੰ ਭੇਜੋ। ਦੋਨੋਂ ਕਿਹਾ ਗਿਆ, ਸੁਪਰਵਾਈਜ਼ਰ ਨੂੰ ਦੱਸਿਆ ਗਿਆ ਕਿ ਜੇ ਕੋਈ ਨਹੀਂ ਆ ਰਿਹਾ ਤਾਂ ਦੂਜੇ ਨੂੰ ਭੇਜਿਆ ਜਾਵੇ। ਤੇ ਉਹਨਾਂ ਨੇ ਦੂਜਾ ਬੰਦਾ ਭੇਜਿਆ ਨਹੀਂ? ਨਹੀਂ, ਉਹ ਕਹਿੰਦੇ ਐਕਚੁਅਲੀ ਜਿੰਨੇ ਸਾਡੇ ਸਟਾਫ ਦੇ ਹਰ ਕੋਈ ਐਟ ਏ ਟਾਈਮ, ਜੇ ਕੋਈ ਬੰਦਾ ਐਟ ਏ ਟਾਈਮ ਕਵੇ ਉਹਦੇ ਕੋਲ ਨਹੀਂ ਹੋਣਾ, ਮੈਨੇਜ ਨਹੀਂ ਹੋਣਾ ਤਾਂ ਹੀ ਨਹੀਂ ਭੇਜਿਆ ਉਹਨਾਂ ਨੇ। ਯਾਨੀ ਕੰਪਨੀ ਕੋਲ ਮੈਨੇਜਮੈਂਟ ਹੈ ਨਹੀਂ? ਅਗਰ ਨਹੀਂ ਹੋਣੀ, ਕਿਸੇ ਨਾਲ ਕੋਈ ਮਿਸ ਹੈਪਨਿੰਗ ਹੋ ਜਾਵੇ ਉਸ ਟਾਈਮ ਵੀ ਤਾਂ ਭੇਜਦੀ ਹੈ ਕੰਪਨੀ? ਭੇਜਦੀ ਹੋਊਗੀ ਪਰ ਉਸ ਟਾਈਮ ਨਹੀਂ ਹੋਣੀ, ਜੇ ਹੁੰਦੀ ਤਾਂ ਉਹ ਭੇਜ ਦਿੰਦੀ ਸ਼ਾਇਦ। ਚਲੋ ਨਹੀਂ, ਹੁਣ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ। ਆਜੋ ਸਰ, ਆਜੋ। ਚਲੋ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਸਾਡੀ ਗੱਲ ਐਸਡੀਓ ਸਾਹਿਬ ਨਾਲ ਹੋਈ ਹੈ। ਉਹਨਾਂ ਨੇ ਦੱਸਿਆ ਕਿ ਜੀ ਕੰਪਨੀ ਕੋਲ ਸ਼ਾਇਦ ਕੋਈ ਇਹੋ ਜਿਹਾ ਪ੍ਰਬੰਧ ਹੈ ਨਹੀਂ, ਉਹਨਾਂ ਕੋਲ ਕੋਈ ਬੰਦਾ ਨਹੀਂ ਹੋਊਗਾ। ਲੇਕਿਨ ਜਿੱਥੇ ਕਿ ਦੱਸਿਆ ਜਾ ਰਿਹਾ 72-73 ਬੰਦੇ ਕੰਮ ਕਰਦੇ ਨੇ, ਲੇਕਿਨ ਉਸ ਦਿਨ ਡਿਊਟੀ 'ਤੇ ਸਿਰਫ 2 ਹੀ ਬੰਦੇ ਸੀਗੇ, ਬਾਕੀ 74-75 ਬੰਦੇ ਕਿੱਥੇ ਸੀ? ਦੂਸਰੀ ਗੱਲ ਇਹ ਹੈ ਕਿ ਐਸਡੀਓ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਮੈਂ ਆਪ ਇਹਨਾਂ ਨੂੰ ਮਤਲਬ ਇਹਨਾਂ ਨੂੰ ਟ੍ਰਾਂਸਫਰ ਦੇ ਆਰਡਰ ਜਿਹੜੇ ਐਸਡੀਓ ਸਾਹਿਬ ਨੇ ਖੁਦ ਭੇਜੇ ਸੀ, ਤਾਂ ਹੀ ਕੰਪਨੀ ਨੇ ਜਿਹੜਾ ਹੈ ਕੀਤਾ ਹੈ, ਉਹਨਾਂ ਨੂੰ ਇੱਥੋਂ ਟ੍ਰਾਂਸਫਰ ਕੀਤਾ ਹੈ। ਤੇ ਇਹ ਮਤਲਬ ਕਹਿਣ ਦਾ ਮਤਲਬ ਹੈ ਕਿ ਉਹ ਜੋ ਵੀ ਹੋ ਰਿਹਾ ਹੈ, ਬਾਕੀ ਸਾਰੀ ਜਨਤਾ ਸਮਝਦਾਰ ਹੈ, ਸਾਡੇ ਨਾਲੋਂ ਵੱਧ ਸਮਝਦਾਰ ਨੇ, ਲੋਕ ਪੜ੍ਹੇ ਲਿਖੇ ਨੇ, ਹਨਾ। ਬਾਕੀ ਆਪਾਂ ਇਹਨਾਂ ਵੀਰ ਇਸ ਬਾਰੇ ਆਪਾਂ ਚਾਨਣਾ ਪਾ ਦਿੰਨੇ ਆ। ਹੁਣ ਐਸਡੀਓ ਸਾਹਿਬ ਕਹਿੰਦੇ ਆ ਜਦੋਂ ਕੰਪਨੀ ਨੇ ਵੀ ਕੰਪਨੀ ਨੇ ਬਦਲਿਆ ਹਨਾ ਵੀ ਲੋਕਾਂ ਦਾ ਸਮਾਧਾਨ ਕੌਣ ਕਰੂਗਾ, ਇਹ ਡਿਊਟੀ ਤੇ ਨਹੀਂ ਸੀਗੇ। ਜਦੋਂ ਕੰਪਨੀ 15 ਤਰੀਕ ਤੱਕ ਤਨਖਾਹ ਨਹੀਂ ਪਾਉਂਦੀ, 3 ਦਿਨ ਬੰਦੇ ਧਰਨੇ ਤੇ ਰਹਿੰਦੇ ਆ, ਕੰਮ ਨਹੀਂ ਚੱਲਦਾ, ਉਦੋਂ ਫਿਰ ਬੰਦਿਆਂ ਦਾ ਹੱਲ ਕਿਵੇਂ ਹੁੰਦਾ? ਉਦੋਂ ਐਸਡੀਓ ਸਾਹਿਬ ਕੀ ਕਰਦੇ? ਰਿਕਵੈਸਟ ਹੈ ਕਿ ਤਨਖਾਹਾਂ ਪਾਓ। ਕੱਖ ਨਹੀਂ ਕਰਦੇ ਉਹਨਾਂ ਕਿਉਂ? ਉਹਨਾਂ ਤੋਂ ਪੈਸਾ ਆਉਂਦਾ, ਉਦੋਂ ਕੱਖ ਨਹੀਂ ਕਰਦੇ। ਹੁਣ ਫਿਰ ਬੰਦਾ ਕਿਤੇ ਕਿਉਂ ਕਰਤਾ ਵੀ ਚੇਂਜ? ਉਦੋਂ 3 ਦਿਨ ਕਿਵੇਂ ਸਰਦਾ? ਇਹ ਸਿਰਫ ਆਪਣੇ ਕੱਪੜੇ ਬਚਾਉਣ ਨੂੰ। ਹੁਣ ਮੰਨੇ ਨਾ, ਦੇਖੋ ਗਜ਼ਟਡ ਪੋਸਟ ਤੇ ਅਫਸਰ ਆ, ਉਹਨੂੰ 1923 ਦੇ ਐਕਟ ਦਾ ਹੀ ਨਹੀਂ ਪਤਾ। ਔਨ ਰਿਕਾਰਡ ਕਹਿ ਰਿਹਾ ਮੈਨੂੰ 1923 ਐਕਟ ਨੇ। ਜਿਹੜੇ ਐਸਡੀਓ ਨੇ ਆਪਣਾ ਵਰਕ ਆਰਡਰ ਹੀ ਨਹੀਂ ਪੜ੍ਹਿਆ, ਤੁਸੀਂ ਮੈਨੂੰ ਇਹ ਗੱਲ ਦੱਸੋ, ਉਹ ਆਪਣੀ ਜ਼ਿੰਮੇਵਾਰੀ ਕੀ ਸਮਝੂਗਾ? ਡਿਵੀਜ਼ਨ ਦਾ ਮਾਲਕ ਆ ਉਹ, ਬੰਦਿਆਂ ਦੀ ਕੀ ਰਿਸਪੌਂਸਿਬਿਲਟੀ ਸਮਝੂਗਾ? ਜਿਹਨੂੰ ਇਹੀ ਨਹੀਂ ਪਤਾ ਸੰਵਿਧਾਨ ਕੀ ਕਹਿੰਦਾ, ਮੇਰਾ ਵਰਕ ਆਰਡਰ ਕੀ ਕਹਿੰਦਾ, ਉਹ ਕੀ ਉਹਦੇ ਕੋਲੇ ਬੰਦੇ ਸੇਫ ਨੇ? ਪਹਿਲਾਂ ਇੱਥੇ ਬੰਦੇ ਦਾ ਐਕਸੀਡੈਂਟ ਹੋਇਆ, ਉਹਦੀਆਂ ਬਾਹਾਂ ਵੱਢੀਆਂ ਗਈਆਂ। ਫਿਰ ਬੰਦੇ ਦਾ ਐਕਸੀਡੈਂਟ ਹੋਇਆ, ਉਹਦੀ ਰੀੜ੍ਹ ਦੀ ਹੱਡੀ ਤੇ ਸੱਟ ਵੱਜੀ, ਉਹ ਮਸਾਂ ਹੀ ਬਣਨੋਂ ਬਚਿਆ। ਫਿਰ ਮੁੰਡੇ ਦਾ ਐਕਸੀਡੈਂਟ ਹੋਇਆ, ਉਹਦਾ ਗੂਠਾ ਬੰਨਿਆ ਗਿਆ, ਵੱਢਿਆ ਗਿਆ, ਹਨਾ। ਜਦੋਂ ਇਹੋ ਜਿਹੇ ਐਸਡੀਓ ਜਿਨ੍ਹਾਂ ਨੂੰ ਸੰਵਿਧਾਨ ਹੀ ਨਹੀਂ ਪਤਾ, ਜਿਹੜੇ ਇਸ ਹੱਦ ਤੱਕ ਨਲਾਇਕ ਨੇ ਵੀ ਇਹ ਕੁਰਸੀ ਤੇ ਬੈਠਣ ਦੇ ਹੱਕਦਾਰ ਹੀ ਨਹੀਂ, ਹੰਕਾਰੀ, ਉਹ ਦੇਖ ਲਓ ਵੀ ਉਹ ਫਿਰ ਬੰਦਿਆਂ ਨਾਲ ਇਹੋ ਜਿਹੀ ਕੁਛ ਕਰਨਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕੰਮ ਕਿਵੇਂ ਹੁੰਦਾ, ਵਰਕ ਕਿਵੇਂ ਹੁੰਦਾ। ਜਦੋਂ ਵਰਕ ਆਰਡਰ ਪੜ੍ਹਨਾ ਹੀ ਨਹੀਂ, ਹਿੱਸੇ ਲੈ ਕੇ ਹੀ ਸਾਈਨ ਕਰਨੇ ਆ, ਤੇ ਫਿਰ ਜਦੋਂ ਬੰਦੇ ਆਵਾਜ਼ ਉਠਾਉਣਗੇ ਉਹਨਾਂ ਨੂੰ ਕੰਮ ਤੇ ਹੀ ਕੱਢਣਗੇ ਇਹੀ ਬਹਾਨੇ ਬਣਾ ਕੇ।
ਸੋ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਸਾਡੀ ਗੱਲ ਸਿਮਰਨਵੀਰ ਹੋਰਾਂ ਨਾਲ ਹੀ ਨੇ ਦੱਸਿਆ ਕਿ ਜਿਹੜੇ ਐਸਡੀਓ ਸਾਹਿਬ ਨੇ ਉਹਨਾਂ ਨੂੰ ਜਿਹੜਾ ਲਾ ਹੈ ਉਹਦਾ ਪਤਾ ਨਹੀਂ ਹੈ ਤੇ ਉਹ ਕਾਫੀ ਉੱਚੀ ਪੋਸਟ ਤੇ ਬੈਠੇ ਨੇ, ਇੱਕ ਡਿਵੀਜ਼ਨ ਦੇ ਮਾਲਕ ਨੇ। ਕਿਤੇ ਨਾ ਕਿਤੇ ਜਿਹੜੀ ਇਹ ਬਹੁਤ ਵੱਡੀ ਜਿਹੜੀ ਨਾਕਾਮਯਾਬੀ ਇਹਨਾਂ ਦੀ ਸਾਹਮਣੇ ਆ ਰਹੀ ਹੈ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਅਸੀਂ ਇਸ ਟਾਈਮ ਖੜੇ ਹਾਂ ਪੀਐਸਪੀਸੀਐਲ ਦਫ਼ਤਰ ਤੇ ਇੱਥੇ ਜਿਹੜੇ ਸੰਧਿਆ ਐਂਡ ਕੰਪਨੀ ਦੇ ਜਿਹੜੇ ਮੈਨੇਜਰ ਸਾਹਿਬ ਨੇ ਉਹ ਆਪਣੇ ਨਾਲ ਖੜੇ ਨੇ ਤੇ ਆਪਾਂ ਸਾਰੀ ਗੱਲਬਾਤ ਉਹਨਾਂ ਤੋਂ ਪਤਾ ਕਰਾਂਗੇ ਕਿ ਆਖਿਰ ਜਿਹੜਾ ਮਸਲਾ ਹੈ ਐਂਥਨੀ ਵਾਲਾ ਮਸਲਾ ਇਹ ਹੈ ਕੀ। ਸਰ ਕੀ ਨਾਮ ਹੈ ਤੁਹਾਡਾ? संत कुमार पांडे जी। ਸੰਤ ਕੁਮਾਰ ਪਾਂਡੇ ਜੀ, ਇੱਕ ਬੰਦਾ ਕਿਸੇ ਐਮਰਜੈਂਸੀ ਕਰਕੇ ਬਿਮਾਰ ਹੋਣ ਕਰਕੇ ਇੱਕ ਦਿਨ ਛੁੱਟੀ ਕਰ ਲੈਂਦਾ ਹੈ जी ਤੁਹਾਡੀ ਕੰਪਨੀ ਚੱਕ ਕੇ ਉਹਨੂੰ ਟ੍ਰਾਂਸਫਰ ਕਰ ਦਿੰਦੀ ਹੈ। सर कंपनी वालों कोई ऐसी पॉलिसी नहीं कि उन्होंने चक्के ट्रांसफर किया उन्होंने दफ्तर वालों के लेटर आई गई सर कंपनी ਨੂੰ ਲੈਟਰ ਲਿਖਿਆ ਗਿਆ ਕਿ ਆਹ ਬੰਦਾ ਤੁਹਾਡਾ ਇੰਨੀ ਤਰੀਕ ਨੂੰ ਰਾਤ ਨੂੰ ਇੰਟੀਮੇਟ ਕਰੇ ਬਗੈਰ ਛੁੱਟੀ ਕਰ ਲਈ ਹੈ। ਠੀਕ ਹੈ। ਇਹਦੀ ਬਦਲੀ ਸਾਡੇ ਨਾਲ ਅਧਿਕ ਪਰਫਾਰਮੈਂਸ ਜੋ ਵੀ ਕੁਛ ਹੈ ਇਹਨੂੰ ਬਦਲ ਕੇ ਮੇਰੇ ਦਫ਼ਤਰੋਂ ਇਹਨੂੰ ਹੋਰ ਕਿਸੇ ਡਿਵੀਜ਼ਨ ਲਾਇਆ ਜਾਵੇ। ਕਿਹਨੇ ਭੇਜਿਆ ਤੁਹਾਨੂੰ ਇਹ? ਐਸਡੀਓ ਸਾਹਿਬ ਵੱਲੋਂ। ਐਸਡੀਓ ਸਾਹਿਬ ਵੱਲੋਂ? ਹਾਂਜੀ, ਸਬ ਡਿਵੀਜ਼ਨ ਨੂੰ ਲੈਟਰ। ਕੰਪਨੀ ਦਾ ਕੋਈ ਤੁਹਾਡੀ ਕੰਪਨੀ ਦਾ ਕੋਈ ਹੱਥ ਹੈ ਇਹਦੇ ਚ ਕਿ ਕੰਪਨੀ ਨੇ ਕਿਹਾ ਉਧਰ ਨੂੰ? ਨਾ ਦਫ਼ਤਰੋਂ ਲੈਟਰ ਕੱਢੀ ਗਈ। ਲੈਟਰ ਦਾ ਇਹਨਾਂ ਨੇ ਜਵਾਬ ਮੰਗਿਆ ਕਿ ਮੈਨੂੰ ਅਤੀ ਸੂਚਨ ਜ਼ਰੂਰੀ ਹੈ, ਇਹਦੋਂ ਸਾਹਮ ਤੱਕ ਮੈਨੂੰ ਉਹ ਲੈਟਰ ਕਿੱਥੇ ਹੈ ਜਿਹੜੀ ਤੁਹਾਡੇ ਕੋਲ? ਲੈਟਰ ਸਾਨੂੰ ਸਭ ਨੂੰ ਸੈਂਡ ਕੀਤੀ ਗਈ। ਲੈਟਰ ਮੇਰੇ ਕੋਲ ਪਈ ਹੈ ਜੀ। ਤੁਹਾਡੇ ਕੋਲ ਵੀ ਹੈਗੀ ਲੈਟਰ ਹੈਗੀ? ਹਾਂਜੀ। ਅੱਛਾ, ਕਾਪੀ ਹੈਗੀ ਤੁਹਾਡੀ? ਹਾਂਜੀ, ਕਾਪੀ ਦੇ ਦੇਣੇ ਤੁਹਾਨੂੰ। ਸਰ ਪਰ ਕਿੱਥੇ ਤੱਕ ਜਾਇਜ਼ ਹੈ? ਤੁਹਾਨੂੰ ਪਤਾ 10-10 12-12 ਰੁਪਏ ਮੁੰਡੇ ਕੰਮ ਕਰ ਰਹੇ ਆ, ਕਈ ਤਾਰਾਂ ਲਟਕ ਜਾਂਦੇ ਨੇ, ਕਈ ਦਾ ਪਰਿਵਾਰ ਰੁਲ ਜਾਂਦਾ ਹੈ ਤੇ ਤੁਸੀਂ ਇੰਨੀ ਕੁ ਗਲਤੀ ਪਿੱਛੇ ਹੀ ਅਗਲੇ ਨੂੰ ਰੋਲ ਦਿੰਦੇ ਹੋ। ਇੱਥੋਂ 12-15 ਕਿਲੋਮੀਟਰ ਤੁਸੀਂ ਟ੍ਰਾਂਸਫਰ ਕਰਤਾ, ਉਹ ਬੰਦੇ ਦਾ ਉਹਨਾਂ ਦਾ ਕਨਵੈਂਸ ਲੱਗ ਜਾਏਗਾ ਜਿੰਨੀ ਤੁਸੀਂ ਤਨਖਾਹ ਦਿੰਦੇ ਹੋ। ਸਰ ਐਕਚੁਅਲੀ ਤੁਹਾਡੀ ਇਹ ਮੈਂ ਸਮਝ ਗਿਆ ਕਿ ਇਹ ਮਤਲਬ ਉਹਨਾਂ ਦਾ ਕਨਵੈਂਸ ਲੱਗ ਜਾਊਗਾ, ਬਟ ਐਕਚੁਅਲੀ ਜਿਹੜਾ ਕੁਝ ਹੋਇਆ ਮਹਿਕਮੇ ਦਾ ਐਕਚੁਅਲੀ ਫਸਟ ਸੇ ਉਹਨਾਂ ਨੇ ਵਰਕ ਆਰਡਰ ਕੀਤਾ। ਵਰਕ ਆਰਡਰ ਨੇ ਸਾਨੂੰ ਲੈਟਰ ਜੀ ਮੇਰੇ ਸਾਹਮਣੇ ਉਹਨੇ ਲੈਟਰ ਕੱਢਿਆ। ਲੈਟਰ ਦੇ ਬੇਸ ਤੇ ਉਹਨਾਂ ਨੂੰ ਕਾਰਵਾਈ ਕਰਨੀ ਪਊਗੀ। ਉਹਨਾਂ ਨੇ ਕੰਪਨੀ ਨੂੰ ਲੈਟਰ ਪਾਲਿਸੀ ਲੈਟਰ ਕੱਢੀ ਕਿ ਤੁਸੀਂ ਇਹ ਮਟੀਰੀਅਲ ਨੂੰ ਬਦਲ ਕੇ ਸਾਨੂੰ ਇਹ ਜ਼ਰੂਰ ਮਤਲਬ ਦੱਸਿਆ ਜਾਵੇ। ਉਹਦੀ ਲੈਟਰ ਉਹਨੇ ਪਾਲਿਸੀ ਸੀ। ਹੁਣ ਉਸ ਚੀਜ਼ ਨੂੰ ਉਹ ਇਹਨਾਂ ਨੇ ਕਿਹਾ ਕਿ ਮਤਲਬ ਜੋ ਵੀ ਕੁਝ ਹੈ ਕਿ ਅਸੀਂ ਸਾਡੀ ਉਸ ਬਦਲੀ ਨਹੀਂ ਕਰ ਸਕਦੇ, ਅਸੀਂ ਉੱਥੇ ਜਾਣਾ ਨਹੀਂ ਜਾਂ ਕੁਝ ਜੋ ਵੀ ਹੈ। ਉਸ ਬੇਹਬ ਤੇ ਉਹਨਾਂ ਨਾਲ ਆ ਕੇ ਗੱਲ ਕੀਤੀ ਗਈ ਹੈ। ਗੱਲ ਕਰਨ ਤੋਂ ਬਾਅਦ ਉਹਨਾਂ ਨਾਲ ਵੱਲੋਂ ਮੰਨਿਆ ਗਿਆ ਕਿ ਚਲ ਕੋਈ ਨਾ, ਅਗਰ ਤੁਸੀਂ ਡਿਵੀਜ਼ਨ ਨਹੀਂ ਬਦਲ ਤੁਸੀਂ ਸਬ ਡਿਵੀਜ਼ਨ ਇਸੇ ਡਿਵੀਜ਼ਨ 'ਚ ਰਹਿਣ ਦਿਓ, ਯੂਨਿਟ ਚੇਂਜ ਕਰਕੇ ਲਾ ਦਿਓ, ਇੱਥੇ ਰਵੇ। ਫਿਰ ਕੀ ਕਿਹਾ ਉਹਨਾਂ ਨੇ? ਇਹ ਕਹਿੰਦੇ ਕਿ ਅਸੀਂ ਉੱਥੇ ਜਾਣਾ ਨਹੀਂ, ਜਿੱਥੇ ਰਹੇ ਉੱਥੇ ਉਸੇ ਪਾਲਿਸੀ ਉੱਥੇ ਰਹਿਣਾ, ਉਸੇ ਸਬ ਡਿਵੀਜ਼ਨ। ਅੱਜ ਬਦਲ ਹੀ ਨਹੀਂ। ਐਂਥਨੀ ਨੇ ਕਿਹਾ? ਐਂਥਨੀ ਨੇ ਕਿਹਾ। ਹਾਂਜੀ। ਅੱਛਾ, ਐਂਥਨੀ ਕਿੱਥੇ ਹੈ? ਐਂਥਨੀ ਕਿੱਥੇ? ਆਓ ਜੀ, ਆਓ ਜੀ। ਐਂਥਨੀ ਦੱਸੋ ਜੀ ਕੀ ਗੱਲ ਹੈ, ਦੱਸੋ ਜੀ, ਦੱਸੋ। ਸਰ ਮੈਂ ਯੂਨਿਟ ਦੇ 2 ਨੰਬਰ ਯੂਨਿਟ ਦਾ ਜਦੋਂ ਕਹਿ ਦਿੱਤਾ ਚਲੋ ਜੀ ਇਹਨੂੰ 3 ਨੰਬਰ 'ਚ ਉਠਾ ਕੇ 2 ਨੰਬਰ ਯੂਨਿਟ ਚਲਾ ਦਿੰਦੇ, ਉੱਥੇ ਤੇ 2 ਨੰਬਰ ਯੂਨਿਟ ਦੇ ਆਈਡੀਓ ਦਾ ਆਏ ਨੇ ਸਟੇਟਮੈਂਟ ਆਈ, ਉਹ ਕਹਿੰਦੇ ਅਸੀਂ ਨਹੀਂ ਇਹਨਾਂ ਨੂੰ ਲੈਣਾ ਵੀ ਬੰਦੇ ਨੂੰ। ਅੱਛਾ, ਹਾਂ, ਉਹਨਾਂ ਨੇ ਮਨਾ ਕੀਤਾ ਹੈ? ਮਨਾ ਕਰਤਾ। ਫਿਰ ਕੰਪਨੀ ਦਾ ਐਂਡ ਕੀ ਰਹਿ ਗਿਆ ਤੁਹਾਡਾ? ਤਾਂ ਮਤਲਬ ਤੁਸੀਂ ਕੰਪਨੀ ਇਹਨਾਂ ਨੂੰ ਪ੍ਰੋਵਾਈਡ ਕਰਵਾ ਰਹੀ, ਕੱਲ ਨੂੰ ਇਹ ਕਹਿਣ ਕਿ ਸਾਨੂੰ ਜਿਹੜੀ ਕੰਪਨੀ ਕੰਮ ਕਹੂਗੀ ਤਾਂ ਉਹੀ ਕੰਮ ਕਰਾਂਗੇ, ਅਸੀਂ ਐਸਡੀਓ ਦਾ ਜਾਂ ਐਸਡੀਐਮ ਦਾ ਕਹਿਣਾ ਕਿਉਂ ਮੰਨੀਏ? ਫਿਰ ਉਹ ਤਾਂ ਪਾਲਿਸੀ ਦੇਖਾਂਗੇ ਸਰ ਜੋ ਕਹਿਣਗੇ। ਨਹੀਂ, ਪਾਲਿਸੀ ਦਾ ਸਰ ਮੈਟਰ ਤਾਂ ਹੁਣੇ ਬਣ ਗਿਆ ਨਾ ਇਹ। ਨਹੀਂ ਸਰ, ਮੈਟਰ ਤਾਂ ਮੈਂ ਮੰਨ ਗਿਆ, ਤੁਸੀਂ ਕਹਿੰਦੇ ਮੈਟਰ ਬਣ ਗਿਆ ਕਿ ਮਤਲਬ ਜੋ ਕੰਪਨੀ ਕਹੇਗੀ ਉਹੀ ਕਰਾਂਗੇ। ਕੰਪਨੀ ਤੁਸੀਂ ਉਹ ਐਸਡੀਐਮ ਸਾਹਿਬ ਕਹਿੰਦੇ ਨੇ ਕਿ ਇਹ ਐਸਡੀਓ ਸਾਹਿਬ ਕਹਿੰਦੇ ਨੇ ਕਿ ਇਹ ਕੰਪਨੀ ਐਂਡ ਤੋਂ ਨੇ। ਬਿਲਕੁਲ ਜੀ। ਕੰਪਨੀ ਨੇ ਇਹਨਾਂ ਨੂੰ ਚੇਂਜ ਕੀਤਾ, ਸਾਡਾ ਕੋਈ ਰੋਲ ਨਹੀਂ ਉਹਦੇ 'ਚ। ਫਿਰ ਉਸ ਟੌਪਿਕ ਤੇ ਆਪਾਂ ਗੱਲ ਕਰ ਲੈਣਾ। ਅਗਰ ਕੰਪਨੀ ਐਂਡ ਤੇ ਕੰਪਨੀ ਕਹੂਗਾ ਮੈਂ ਬਦਲਣਾ ਨਹੀਂ, ਫਿਰ ਰਹਿਣ ਦੇਣਾ। ਫਿਰ ਹੋਰ ਕੀ? ਅਗਰ ਉਸ ਟੌਪਿਕ ਤੇ ਗੱਲ ਹੈਗੀ, ਅਗਰ ਉਹ ਇਸ ਚੀਜ਼ ਨੇ ਕਹਿੰਦੇ ਕਿ ਕੰਪਨੀ ਦੇਖੂਗੀ। ਨਹੀਂ, ਉਹਨਾਂ ਨੇ ਕਿਹਾ ਇਹ ਚੀਜ਼ ਕਿ ਕੰਪਨੀ ਨੇ ਬਦਲਿਆ, ਇਹ ਕੰਪਨੀ ਦੀ ਪਾਲਿਸੀ ਹੈ, ਮੇਰਾ ਇਹਦੇ 'ਚ ਕੋਈ ਰਾਈਟ ਹੀ ਹੈ ਨਹੀਂ। ਨਹੀਂ, ਅਗਰ ਹਦਾਇਤ ਨਹੀਂ ਤਾਂ ਉਹਨਾਂ ਨੇ ਸਾਨੂੰ ਲੈਟਰ ਕੱਟੀ ਹੈ ਨਾ, ਲੈਟਰ 'ਚ ਪ੍ਰੋਪਰ ਲਿਖਿਆ ਹੋਇਆ ਕਿ ਇਹਨੂੰ ਬਦਲ ਦਿੱਤਾ ਜਾਵੇ। ਅੱਛਾ, ਠੀਕ ਹੈ। ਕਾਪੀ ਦੇ ਰੰਗ ਦਾ ਕਾਪੀ ਉਸ ਸਟੈਪ ਵੈਬ ਤੇ ਆਪਾਂ ਉਹਨਾਂ ਨਾਲ ਗੱਲ ਕਰ ਲੈਣੇ ਐਸਡੀਓ ਸਾਹਿਬ ਨਾਲ ਕਿ ਤੁਸੀਂ ਕਿਹਾ, ਉਸ ਤੋਂ ਬਾਅਦ ਤੁਸੀਂ ਕਰੋ ਸਾਡੇ ਕੋਈ ਰਹਿਣੇ, ਤੁਹਾਡਾ ਕੋਈ ਲੈਣਾ ਦੇਣਾ ਨਹੀਂ, ਸਾਡਾ ਸਿਸਟਮ ਚੱਲਦਾ ਪਿਆ। ਇਹਨਾਂ ਦੇ ਸਾਹਮਣੇ ਗੱਲ ਹੋਈ ਨਾਲੇ ਸਾਡਾ ਸਿਸਟਮ ਚੱਲਦਾ ਪਿਆ। ਇਹਨਾਂ ਨੂੰ ਪੁੱਛ ਲਓ, ਅਸੀਂ ਸਵੇਰ ਦੇ ਇਹਨਾਂ ਕਰਕੇ 5 ਸਾਲ ਤੋਂ ਕੰਮ ਕਰ ਰਹੇ ਨੇ, ਪਹਿਲਾਂ ਵੀ ਕਦੇ ਕੋਈ ਕੰਪਲੇਂਟ ਆਈ ਇਸ ਤਰ੍ਹਾਂ? 5 ਸਾਲ ਤੋਂ ਕਰਦੇ ਪਏ ਇਹ ਸਾਡੇ ਨਾਲ ਐਜ ਪਰ ਚੱਲਦੇ ਪਏ ਨੇ, ਕੋਈ ਦਿੱਕਤ ਸਾਨੂੰ। ਅਗਰ ਸਾਨੂੰ ਅੱਜ ਜਿਹੜਾ ਸਾਡਾ ਲਾਸ ਹੋ ਰਿਹਾ ਪਲਾਂਟੀ ਪੈਰੀ ਸਾਨੂੰ, ਠੀਕ ਹੈ, ਉਸ ਚੀਜ਼ ਲਈ ਅਸੀਂ ਇਹਨਾਂ ਦੇ ਨਾਲ ਸਵੇਰ ਦੇ ਖੜੇ ਹਾਂ ਇਸ ਚੀਜ਼ ਟੌਪਿਕ ਲਈ ਕਿ ਮਤਲਬ ਇਸ ਤੋਂ ਸਾਡਾ ਕਲੋਜ਼ ਹੋਵੇ, ਕਿਉਂਕਿ ਸਾਨੂੰ ਬੇਫਜ਼ੂਲ ਨਜਾਇਜ਼ ਪਲਾਂਟੀਆਂ ਹੋ ਜਾਣੀਆਂ ਨੇ ਜਿੰਨੀ ਕਿ ਭਾਈ ਇਸ ਮਟਰ ਨੂੰ ਇੰਨੇ ਬੰਦੇ ਖੜੇ ਨੇ ਜੇ ਸਾਰੇ ਕੰਮ ਨਹੀਂ ਕਰ ਰਹੇ, ਲੋਕਾਂ ਦੀ ਬਿਜਲੀ ਹੈ ਨਹੀਂ, ਬਿਲਕੁਲ ਹੈ ਨਾ, ਇਸੇ ਲਈ ਰਿਸਪੌਂਸਿਬਲ ਕੌਣ ਹੈ? ਸਰ ਸਵੇਰ ਦਾ ਤਾਈ ਸੀ ਐਫਰਟ ਲੱਗੇ ਹੋਏ ਨੇ ਇਸ ਚੀਜ਼ ਨੂੰ ਕਲੀਅਰ ਕਰਨ ਨੂੰ। ਇੱਕ ਬੰਦਾ ਇੰਨੀ ਕੁ ਗੱਲ ਨਹੀਂ ਮੰਨ ਰਿਹਾ, ਬੜੇ ਹੰਕਾਰ ਵਾਲੀ ਗੱਲ ਹੋ ਗਈ ਇਹ ਤਾਂ। ਸਰ ਉਹ ਬਸ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਿਹਾ ਕਿ ਉਹ ਕਹਿੰਦੇ ਕਿ ਅਸੀਂ ਮਤਲਬ ਇਹ ਜੀ ਕੋਈ ਇਲੈਕਟ੍ਰਿਕ ਕੰਪਨੀ ਵੇਬ ਤੇ ਹੁਣ ਆਪਾਂ ਉਹਨਾਂ ਨਾਲ ਦੁਬਾਰਾ ਤੋਂ ਗੱਲ ਕਰਦੇ ਕਿ ਸਰ ਤੁਸੀਂ ਕਿਹਾ ਸਾਡਾ ਨਾਲ ਕੋਈ ਮਤਲਬ ਲੈਣਾ ਦੇਣਾ ਨਹੀਂ ਹੈ, ਤੇ ਉਹ ਜਵਾਬ ਦੇਣਗੇ ਸਾਨੂੰ। ਉਹਨਾਂ ਨੇ ਔਨ ਰਿਕਾਰਡ ਮੈਨੂੰ ਦੱਸਿਆ ਕਿ ਜੀ ਇਹ ਸਾਡਾ ਇਹਦੇ 'ਚ ਕੋਈ ਰੋਲ ਨਹੀਂ ਤੇ ਇਹ ਕੰਪਨੀ ਐਂਡ ਨੇ ਇਹਨਾਂ ਦੀ ਟ੍ਰਾਂਸਫਰ ਕੀਤੀ ਹੈ, ਅਸੀਂ ਨਹੀਂ ਕੀਤੀ। ਉਹੀ ਤੁਹਾਨੂੰ ਕਹਿ ਰਹੇ ਨਾ ਵੀ ਸਾਡੇ ਕੋਲ ਇੱਕ ਸਬੂਤ ਵੀ ਆ, ਉਹਨਾਂ ਨੇ ਸਾਨੂੰ ਲੈਟਰ ਤੇ ਭੇਜਿਆ ਆ, ਉਹਨਾਂ ਨੇ ਲੈਟਰ ਭੇਜਿਆ, ਸਾਨੂੰ ਸੁਪਨਾ ਨਹੀਂ ਹੋਣਾ ਸੀਗਾ। ਐਕਚੁਅਲ ਪਤਾ ਕੀ ਸਰ, ਹੋਰ ਡਿਵੀਜ਼ਨਾਂ 'ਚ ਵੀ ਕੰਮ ਕਰਦੇ ਇਹ ਵੀਰ ਨੇ ਦੱਸਿਆ ਕਿ ਇੱਕ ਐਕਟ ਹੈਗਾ 1923, ਉਹਦੇ ਅਕੋਰਡਿੰਗ ਜਿਹੜਾ ਬੰਦਾ ਹੈ ਉਹ ਛੁੱਟੀ ਕਰ ਸਕਦਾ ਹੈ, ਤੁਹਾਨੂੰ ਦੱਸ ਵੀ ਸਕਦਾ ਹੈ, ਤੇ ਉਹ 97 ਛੁੱਟੀਆਂ ਲੈ ਸਕਦਾ ਹੈ ਸਾਲ 'ਚ, ਤੇ ਫਿਰ ਉਹ ਜੇ ਉਹਨੇ ਇੱਕ ਛੁੱਟੀ ਕਰ ਵੀ ਲਈ ਤਾਂ ਐਡਾ ਵੱਡਾ ਇਸ਼ੂ। ਸਰ ਮੈਂ ਇਹ ਐਗਰੀ ਹਾਂ ਤੁਹਾਡੇ ਗੱਲ ਨਾਲ ਕਿ ਮਤਲਬ ਤੁਹਾਡੇ ਐਸਡੀਓ ਨੂੰ ਤਾਂ ਪਤਾ ਹੀ ਨਹੀਂ ਹੈਗਾ, ਰੂਲ ਦਾ ਹੀ ਨਹੀਂ ਪਤਾ। ਐਸਡੀਓ ਸਾਹਿਬ ਨੂੰ ਨਹੀਂ ਪਤਾ ਨਾ, ਉਹ ਆਪਾਂ ਗੱਲ ਕਰ ਲੈਣਾ। ਉਹਨਾਂ ਨੇ ਔਨ ਰਿਕਾਰਡ ਦੱਸਿਆ ਕਿ ਮੈਨੂੰ ਇਸ ਰੂਲ ਦਾ ਪਤਾ ਹੀ ਨਹੀਂ ਜੀ। 4 ਸਾਲ ਤੋਂ ਐਸਡੀਓ ਨੇ ਮਸਲਾ ਕੁਝ ਹੋਰ ਹੈ, ਉਹ ਕਹਿੰਦੇ ਜੀ ਅਸੀਂ ਕੋਈ ਕੰਪਲੇਂਟ ਕੀਤੀ ਹੋਈ ਹੈ ਜਿਹਦੇ ਕੋਈ ਇਨਕੁਆਰੀਆਂ ਲੱਗੀਆਂ ਹੋਈਆਂ, ਉਹ ਜੇ ਪੀਐਸਪੀਸੀਐਲ ਨੇ ਮੰਨਿਆ ਵੀ ਹੈ ਕਿ ਘਟਾਲਾ ਜਿਹੜਾ ਉਹਨਾਂ ਸਾਬਤ ਹੋ ਗਿਆ ਹੈ। ਜਿਹੜੇ 4 ਬੰਦੇ ਇਹਨਾਂ ਦੇ ਨਾਲ, ਸਿਮਰਨ ਦੇ ਨਾਲ ਹੋਰ 4 ਮੁੰਡੇ ਨੇ, ਐਂਥਨੀ ਵੀ ਉਹਨਾਂ ਵਿੱਚੋਂ ਇੱਕ ਹੈ ਜੀ ਜੀ, ਤੇ ਉਹ ਕਿਤੇ ਰੰਜਿਸ਼ ਜਿਹੜੀ ਉਹ ਕੱਢੀ ਜਾ ਰਹੀ ਹੈ। ਇਹ
ਜਿਹੜਾ ਉਸ ਟਾਈਮ ਕੋਈ ਠੇਕਾ ਮੁਲਾਜ਼ਮ ਕੰਪਨੀ ਕੋਈ ਹੋਰ ਸੀ, ਬਿਲਕੁਲ ਜੀ ਬਿਲਕੁਲ। ਅੱਜ ਤੁਹਾਡੇ ਕੋਲ ਹੈ ਹਨਾ, ਕੱਲ ਨੂੰ ਕਿਸੇ ਕੋਲ ਹੋਰ ਹੋਏਗਾ। ਅੱਜ ਐਸਡੀਐਮ ਸਾਹਿਬ ਐਸਡੀਓ ਸਾਹਿਬ ਇੱਥੇ ਨੇ, ਕੱਲ ਕਿਤੇ ਹੋਰ ਹੋਣਗੇ। ਪਰ ਇਦਾਂ ਰੰਜਿਸ਼ ਰੱਖਣਾ ਕਿੱਥੇ ਤੱਕ ਜਾਇਜ਼ ਹੈ? ਸਰ ਇਹ ਤਾਂ ਹੁਣ ਉਹਨਾਂ ਨੇ ਇਸ ਚੀਜ਼ ਦੀ ਨੌਲੇਜ ਹੋਣੀ, ਬਾਕੀ ਉਹਨਾਂ ਨਾਲ ਕਲੀਅਰ ਕਰਦੇ ਕਿ ਜਿਹੜੀ ਆ ਤੁਸੀਂ ਕਹਿ ਰਹੇ ਹੋ ਕਿ ਮਤਲਬ ਸਾਡਾ ਐਂਡ ਤੇ ਕੋਈ ਹੈ ਨਹੀਂ, ਉਹ ਐਸਡੀਓ ਸਾਹਿਬ ਵੱਲੋਂ ਵਰਡਿੰਗ ਕਿ ਸਾਡੇ ਐਂਡ ਤੇ ਕੁਝ ਨਹੀਂ ਹੈ, ਕੰਪਨੀ ਦੇ ਐਂਡ ਤੇ ਉਹ ਆਪਾਂ ਉਹਨਾਂ ਨਾਲ ਗੱਲ ਕਰ ਲੈਣ। ਅਸੀਂ ਵੀ ਸਰ ਔਨ ਰਿਕਾਰਡਿੰਗ ਕਾਰਵਾਈ ਕੀਤੀ, ਜਿਹੜੀ ਉਹਨਾਂ ਨੇ ਔਰ ਲੈਟਰ ਕੱਢੀ, ਲੈਟਰ ਦੇ ਵੇਵ ਤੇ ਕਾਰਵਾਈ ਹੋਈ ਹੈ ਸਰ। ਯਾਨੀ ਉਹਨਾਂ ਨੇ ਡਿਮਾਂਡ ਕੀਤੀ ਕਿ ਇਸ ਬੰਦੇ ਨੂੰ ਬਦਲਿਆ ਜਾਵੇ। ਇਹਨਾਂ ਕੋਲ ਲੈਟਰ ਦੀ ਕਾਪੀ ਪਈ ਹੈ, ਸਾਡੇ ਕੋਲ ਵੀ ਦਫ਼ਤਰ ਵੀ ਹੈ, ਉਹਨਾਂ ਕੋਲ ਸਭ ਦੇ ਕੋਲ ਲੈਟਰ ਦੀ ਕਾਪੀ ਹੈ। ਪ੍ਰੂਫ ਆ ਸਰ, ਵਿਦ ਪ੍ਰੂਫ। ਹਾਂ ਵਿਦ ਪ੍ਰੂਫ ਹੈ ਜੀ, ਉਦਾਂ ਨਹੀਂ ਬਿਨਾਂ। ਓਕੇ ਸਰ, ਠੀਕ ਹੈ ਸਰ। ਮੈਂ ਸਰ ਇੱਕ ਮੈਸੇਜ ਦੇਣਾ ਚਾਹਨਾ ਵੀ ਅੱਜ ਮੇਰੀ ਇੱਕ ਛੁੱਟੀ ਦੇ ਬਦਲੇ ਮੇਰੀ ਬਦਲੀ ਕਰ ਦਿੱਤੀ ਗਈ, ਜਦ ਕਿ ਮੈਨੂੰ ਦੂਜੇ ਏਰੀਆ ਦੇ ਨਾਲ ਲੈਣਾ ਦਾ ਪਤਾ ਨਾ ਕੁਝ ਪਤਾ। ਉੱਥੇ ਜਾ ਕੇ ਮੇਰੇ ਨਾਲ ਕੋਈ ਹਾਦਸਾ ਵਾਪਰ ਜੇ ਉਹਦਾ ਕੀ ਐਡੀ ਜ਼ਿੰਮੇਦਾਰ ਹੈਗਾ? ਅੱਜ ਮੇਰੇ ਨਾਲ ਹੋਇਆ, ਕੱਲ ਨੂੰ ਕਿਸੇ ਨਾਲ ਵੀ ਕਰ ਦੂਗੇ। ਇਹਦਾ ਮਤਲਬ ਐਡੀ ਉਹ ਤਾਂ ਆਪਣੇ ਹਿਸਾਬ ਨਾਲ ਮਨਮਾਨੀ ਕਰ ਰਿਹਾ। ਇਹ ਤਾਂ ਵੀ ਮੈਂ ਜੋ ਚਾਹਾਂ ਉਹੀ। ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਇੱਥੇ? ਮੈਨੂੰ ਜੀ ਅਪ੍ਰੈਲ 2018 ਤੋਂ ਮੈਂ ਫੋਕਲ ਪੁਆਇੰਟ ਤੇ ਕੰਮ ਕਰ ਰਿਹਾ ਜੀ ਇੱਥੇ। ਯਾਨੀ ਤਕਰੀਬਨ 5 ਸਾਲ ਹੋ ਗਏ ਆ। ਬਿਲਕੁਲ ਜੀ ਬਿਲਕੁਲ। 5 ਸਾਲ ਹੋਣ ਤੋਂ ਪਹਿਲਾਂ ਵੀ ਇਦਾਂ ਦਾ ਕਦੇ ਕੋਈ ਅੱਛਾ ਤੁਹਾਨੂੰ ਪਹਿਲਾਂ ਵੀ ਕਿਸੇ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਇੱਥੋਂ? ਸਰ ਐਕਚੁਅਲੀ ਸਾਡੇ ਕੋਲ ਜਿਹੜਾ ਟੈਂਡਰ ਹੈ ਸਾਲ ਡੇਢ ਸਾਲ ਹੀ ਹੋ ਰਿਹਾ। ਸਾਲ ਡੇਢ ਸਾਲ 'ਚ ਕੋਈ ਆਈ ਹੋਵੇ? ਨਹੀਂ ਇਹ ਜਿਹਾ ਤਾਂ ਕੋਈ ਨਹੀਂ ਆਏਗੀ। ਕੀ ਅੱਜ ਉਸੇ ਬੰਦੇ ਦੀ ਸ਼ਿਕਾਇਤ ਆ ਰਹੀ, ਜਿਹੜਾ ਬੰਦਾ ਵਿਟਨੈਸ ਹੈ, ਜਿਹੜਾ ਬੰਦਾ ਉਸ ਜਿਹੜਾ ਇਹਨਾਂ ਦਾ ਐਕਚੁਅਲ ਕੇਸ ਕੀ ਚੱਲਦਾ ਹੈ, ਉਹਦੇ ਜਿਹੜੇ ਉਹ ਵਿੱਚ ਐਸਡੀਓ ਸਾਹਿਬ ਨੇ, ਐਸਡੀਓ ਸਾਹਿਬ ਵੀ 5-4 ਮਹੀਨੇ ਹੋਏ ਉਹਨੂੰ ਆਏ ਵੀ, ਮੈਨੂੰ ਮੈਂ ਵੀ ਸਰ ਲੁਧਿਆਣੇ 'ਚ ਤਾਂ ਹੋਣਗੇ ਹੀ ਉਹ ਐਸਡੀਓ ਲੁਧਿਆਣੇ ਤੋਂ ਲੁਧਿਆਣੇ 'ਚ ਰਿਪੋਰਟ ਚਾਹੀ ਉਹਨਾਂ ਨੇ ਭਾਜੀ ਉਹਨਾਂ ਨੇ ਬਿੱਲ ਤਾਂ ਉਹਨਾਂ ਨੇ ਪਾਸ ਕੀਤੇ ਹੋਣਗੇ ਕਿਤੇ ਨਾ ਕਿਤੇ। ਉਹਨਾਂ ਦਾ ਵੀ ਲੱਗਦਾ ਹੈ ਕਿ ਕੋਈ ਗਲਤ ਕੰਮ ਕੀਤਾ ਹੋਇਆ ਜਿਹੜਾ ਉਹ ਇਹਨਾਂ ਨੂੰ ਦਬਾਉਣਾ ਚਾਹ ਰਹੇ ਨੇ। ਇਸ ਤਰ੍ਹਾਂ ਦਾ ਕੁਝ ਸਾਹਮਣੇ ਆਇਆ? ਬਾਰ ਨਹੀਂ, ਹਲੇ ਤੱਕ ਤਾਂ ਕੁਝ ਨਹੀਂ ਆਇਆ ਸਰ। ਚਲੋ ਠੀਕ ਹੈ। ਸਾਡੇ ਨਾਲ ਫੋਕਲ ਪੁਆਇੰਟ ਡਿਵੀਜ਼ਨ ਯੂਨਿਟ ਨੰਬਰ 3 ਤਾਜਪੁਰ ਗ੍ਰਿਡ ਦੇ ਅੰਦਰ ਸਾਡਾ ਨੋਡਲ ਸੈਂਟਰ ਆ। ਉੱਥੇ ਪਹਿਲੇ ਦਿਨ ਸਾਡੇ ਨਾਲ ਐਸਡੀਓ ਦੀ ਮੀਟਿੰਗ ਹੋਈ ਆ, ਜਦ ਕਿ ਉਹਨਾਂ ਵੱਲੋਂ ਮੀਟਿੰਗ ਸੀ ਸਾਡੇ ਨਾਲ। ਜਿਹੜੇ 3 ਨੰਬਰ ਯੂਨਿਟ ਦੇ ਲਾਈਨਮੈਨ ਨਾਲ ਮੀਟਿੰਗ ਹੋਈ, ਉੱਥੇ ਉਹਨਾਂ ਦੇ ਪਹਿਲੇ ਸਟੇਟਮੈਂਟ ਆ ਇਹ ਵੀ ਮੈਂ ਚਲੋ ਠੀਕ ਆ, ਇੱਥੇ ਤੁਹਾਡੇ ਨਾਲ ਇਨਸਾਫ ਹੋਊਗਾ, ਤੁਹਾਡੇ ਹੱਕ ਦਿੱਤੇ ਜਾਣਗੇ, ਵੀ ਜੇ ਕਿਸੇ ਨੇ ਰਿਸ਼ਵਤ ਲਿੱਤੀ ਉਹਨੂੰ ਮੈਂ ਕੱਢ ਦੂੰਗਾ। ਮੈਂ ਕਿਹਾ ਜੀ ਠੀਕ ਆ, ਤੁਸੀਂ ਜੋ ਕਹਿ ਰਹੇ ਹੋ ਵੀ ਇਹ ਅਮਲ 'ਚ ਮੰਨਿਆ ਜਾਂਦਾ, ਜਿਹੜੀ ਤੁਸੀਂ ਕਹਿ ਰਹੇ ਹੋ ਅਮਲ ਕੀਤਾ ਜਾਵੇ, ਵੀ ਇਹ ਵਿਦ ਐਵੀਡੈਂਸ ਕਿ ਵਿਦਆਊਟ ਐਵੀਡੈਂਸ। ਮੈਂ ਉਹਨਾਂ ਨੂੰ ਕੁਐਸਚਨ ਕੀਤਾ, ਉਹ ਕਹਿੰਦੇ ਐਵੀਡੈਂਸ ਨਾ ਹੋਊਗਾ। ਮੈਂ ਕਿਹਾ ਠੀਕ ਆ ਜੀ। ਹੁਣ ਤੁਸੀਂ ਦੂਜਾ ਕਹਿੰਦੇ ਧਰਨੇ ਮੁਜ਼ਾਹਰੇ ਨੇ ਹੋਏ, ਇਹਦਾ ਮਤਲਬ ਇਹ ਕਿਸੇ ਨੇ ਗੱਲ ਖਾਨੇ ਪਾਈ ਆ ਵੀ ਇਹ ਬੰਦੇ ਹੱਕ ਲਈ ਖੜ ਰਿਹਾ ਤੇ ਇਹਨਾਂ ਨੂੰ ਅਸੀਂ ਕੱਢਣਾ ਹੀ ਕੱਢਣਾ ਜੋ ਮਰਜ਼ੀ। ਇਟ ਮੀਨਸ ਤੁਸੀਂ ਪਹਿਲੇ ਦਿਨ ਇਹ ਟਾਰਗੇਟ ਲੈ ਕੇ ਬੈਠੇ ਹੋ। ਯਾਨੀ 4-5 ਬੰਦੇ ਟਾਰਗੇਟ ਕੀਤੇ ਜਾ ਰਹੇ ਜਿਹੜੇ ਉਸ ਕੇਸ 'ਚ ਸਰ ਪਹਿਲੇ ਦਿਨ ਸਾਡੀ ਐਡੀਓ ਨਾਲ ਮੀਟਿੰਗ ਹੋ ਰਹੀ ਹੈ। ਐਸਡੀਓ ਸਾਹਿਬ ਨੇ ਸਾਡੇ ਯੂਨਿਟ ਨੰਬਰ 3 ਦੇ ਨੇ ਜੋ ਮੋਹਨ ਲਾਲ ਜੀ, ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰੀ ਤੇ ਉਹਨਾਂ ਦੇ ਪਹਿਲੇ ਦਿਨ ਇਹੀ ਵਰਡ ਨੇ। ਇਟ ਮੀਨਸ ਉਹ ਪਹਿਲਾਂ ਹੀ ਸ਼ੁਰੂ ਤੋਂ ਮਾਈਂਡ ਸੈਟ ਲੈ ਕੇ ਆਏ ਨੇ ਵੀ ਇਹ ਕੰਮ ਕਰਨਾ ਹੀ ਕਰਨਾ। ਇਹ ਕੰਮ ਕਰਨਾ ਬਿਲਕੁਲ। ਜਿਵੇਂ ਕਿ ਐਂਥਨੀ ਨੇ ਦੱਸਿਆ ਕਿ ਜਿਹੜਾ ਇਹ ਮਾਈਂਡ ਸੈਟ ਹੈ ਜਿਹੜਾ ਐਸਡੀਓ ਸਾਹਿਬ ਦਾ, ਉਹ ਡਾਇਰੈਕਟਲੀ ਪਹਿਲਾਂ ਤੋਂ ਹੀ ਬਣਿਆ ਹੋਇਆ ਸੀ। ਜਿਹੜੇ ਕੰਪਨੀ ਮੁਲਾਜ਼ਮ ਨੇ ਜਿਹੜੇ ਆਪਣੇ ਕੋਲ ਹੁਣ ਪਹੁੰਚੇ ਸੀ, ਉਹਨਾਂ ਨਾਲ ਆਪਣੀ ਗੱਲਬਾਤ ਹੋਈ ਆ। ਉਹਨਾਂ ਨੇ ਦੱਸਿਆ ਕਿ ਜਿਹੜਾ ਐਸਡੀਓ ਦੀ ਰਿਟਨ ਕੰਪਲੇਂਟ ਸਾਨੂੰ ਆਉਂਦੀ ਹੈ ਕਿ ਇਸ ਬੰਦੇ ਨੂੰ ਜਿਹੜਾ ਇੱਥੋਂ ਬਦਲ ਦਿੱਤਾ ਜਾਵੇ। ਇਹ ਅਸੀਂ ਉਸੇ ਬਿਹਾਫ ਤੇ ਜਿਹੜਾ ਐਕਸ਼ਨ ਲਿਆ ਗਿਆ। ਲੇਕਿਨ ਐਸਡੀਓ ਸਾਹਿਬ ਨੇ ਸਾਨੂੰ ਸਾਫ਼-ਸਾਫ਼ ਕਿਹਾ ਸੀ, ਵਿਦ ਰਿਕਾਰਡ ਕਿਹਾ ਸੀ ਕਿ ਜਿਹੜੀ ਜੋ ਵੀ ਟ੍ਰਾਂਸਫਰ ਕੀਤੀ ਗਈ ਇਸ ਬੰਦੇ ਦੀ, ਉਹ ਮੇਰਾ ਉਹਦੇ 'ਚ ਕੋਈ ਰੋਲ ਨਹੀਂ ਹੈ, ਉਹ ਕੰਪਨੀ ਐਂਡ ਤੋਂ ਕੀਤੀ ਗਈ ਹੈ ਤੇ ਕੰਪਨੀ ਦੇ ਮੁਲਾਜ਼ਮਾਂ ਨੇ ਉਸ ਨੂੰ ਟ੍ਰਾਂਸਫਰ ਕੀਤਾ ਹੈ। ਲੇਕਿਨ ਕਿਤੇ ਨਾ ਕਿਤੇ ਜਿਹੜਾ ਇੱਕ ਇਹਨਾਂ ਦਾ ਕੋਈ ਕੇਸ ਚੱਲ ਰਿਹਾ ਹੈ, ਇਹਨਾਂ ਨੇ ਗੌਰਮੈਂਟ ਨੂੰ ਜਿਹੜੀ PSPCL ਹੈ ਉਸ ਦਾ ਕੋਈ ਘੁਟਾਲਾ ਹੈ ਜਿਹਦੇ ਵਿੱਚ ਐਸਡੀਓ ਵਗੈਰਾ ਸ਼ਾਮਲ ਨੇ, ਤੇ ਉਹ ਜਿਹੜਾ ਬਹੁਤ ਸਾਰਾ ਪੈਸੇ ਦਾ ਜਿਹੜਾ ਘੁਟਾਲਾ ਉਹ ਸਾਹਮਣੇ ਆ ਗਿਆ ਕਿਤੇ ਨਾ ਕਿਤੇ। ਤੇ ਉਹ ਜਿਸ ਕਰਕੇ ਇਹਨਾਂ ਲੋਕਾਂ ਨਾਲ ਇਨਡਾਇਰੈਕਟ ਵੇ ਨਾਲ ਇਹਨਾਂ ਤੇ ਜਿਹੜੇ ਹੈ ਇਸ ਤਰ੍ਹਾਂ ਦੇ ਜ਼ੁਲਮ ਕੀਤੇ ਜਾ ਰਹੇ ਨੇ, ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਸਿਰਫ ਉਹੀ 4-5 ਬੰਦੇ ਜਿਹੜੇ ਟਾਰਗੇਟ ਕੀਤੇ ਜਾ ਰਹੇ ਨੇ, ਬਾਕੀ ਕੋਈ ਵੀ ਮੁਲਾਜ਼ਮ ਤੇ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਵਿਵਹਾਰ ਉਹ ਨਹੀਂ ਕੀਤਾ ਜਾ ਰਿਹਾ ਹੈ। ਸੋ ਬਣੇ ਰਹੋ ਕੈਮਰਾਮੈਨ ਵਿਸ਼ਾਲ ਦੇ ਨਾਲ, ਕਰਮਵੀਰ ਸ਼ਰਮਾ ਦੀ ਰੋਡ, ਲੁਧਿਆਣਾ, ਪੰਜਾਬ। ਦੋਸਤੋ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਦੇ ਹੱਕ ਮਿਲ ਸਕਣ।